ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਆਪਣੀ ਤਿਆਰੀ ਦੇ 23ਵੇਂ ਦਿਨ ਐਨਸੀਈਆਰਟੀ ਆਰਥਿਕਤਾ ਦੇ ਲੈਕਚਰ 11 ਵਿੱਚ। ਅੱਜ ਦਾ ਜੋ ਆਪਣਾ ਟੌਪਿਕ ਹੈ, ਅੱਜ ਆਪਾਂ ਪੜ੍ਹੇ ਮਹਿੰਗਾਈ ਕਿੱਦਾਂ ਮੇਜਰ ਕੀਤੀ ਜਾਂਦੀ ਹੈ। ਇਹ ਸਾਰੀ ਚੀਜ਼ਾਂ ਬਾਰੇ ਆਪਾਂ ਅੱਜ ਦੇ ਲੈਕਚਰ ਵਿੱਚ ਪੜਾਂਗੇ। ਠੀਕ ਹੈ, ਹੁਣ ਜਿਹੜਾ ਮਹਿੰਗਾਈ ਦਾ ਕਨਸੈਪਟ ਹੈ ਇਹ ਕਿੱਥੋਂ ਆਇਆ ਤੇ ਕੀ ਚੀਜ਼ ਹੈ, ਇਸ ਚੀਜ਼ ਨੂੰ ਸਮਝਦੇ। ਦੇਖੋ, ਆਪਾਂ ਕਈ ਵਾਰੀ ਅਕਸਰ ਨਿਊਜ਼ ਵਿੱਚ ਇਹ ਚੀਜ਼ਾਂ ਸੁਣਦੇ ਹਾਂ ਕਿ ਆਪਣੇ ਪਿਆਜ਼ ਮਹਿੰਗੇ ਹੋ ਰਹੇ ਹੈ ਜਾਂ ਕੁਝ ਸਬਜ਼ੀਆਂ ਮਹਿੰਗੀਆਂ ਹੋ ਰਹੀਆਂ। ਉਸ ਚੀਜ਼ ਨੂੰ ਵੀ ਆਪਣੇ ਨਿਊਜ਼ ਵਾਲੇ ਮਹਿੰਗਾਈ ਰੈਫਰ ਕਰ ਦਿੰਦੇ ਕਿ ਮਹਿੰਗਾਈ ਹੋ ਰਹੀ ਹੈ, ਪਰ ਕਨਸੈਪਟ ਜਿਹੜਾ ਮਹਿੰਗਾਈ ਦਾ ਹੈਗਾ, ਜਿਹੜਾ ਆਰਥਿਕਤਾ ਦੇ ਸਬਜੈਕਟ ਵਿੱਚ ਹੈ, ਉਹ ਇਸ ਤਰੀਕੇ ਨਾਲ ਨਹੀਂ ਹੁੰਦਾ। ਦੇਖੋ, ਜਦੋਂ ਤੁਹਾਡੀ ਕੋਈ ਇੱਕ ਅੱਧੀ ਸਬਜ਼ੀ ਮਹਿੰਗੀ ਹੋ ਰਹੀ ਹੋਵੇ, ਲੈਟਸ ਸਪੋਜ਼ ਜਿਵੇਂ ਹਰ ਸਾਲ ਤੁਹਾਡੇ ਪਿਆਜ਼ ਮਹਿੰਗੇ ਹੋ ਹੀ ਜਾਂਦੇ ਇੱਕ ਅੱਧੀ ਵਾਰੀ ਪੂਰੇ ਸਾਲ 'ਚ, ਉਹਨੂੰ ਆਪਾਂ ਮਹਿੰਗਾਈ ਨਹੀਂ ਕਹਿੰਦੇ। ਕਿਉਂਕਿ ਹੁੰਦਾ ਕੀ ਹੈ, ਦੇਖੋ ਬਹੁਤ ਸਾਰੀ ਸਬਜ਼ੀਆਂ, ਉਹਦੇ ਵਿੱਚੋਂ ਸਿਰਫ ਪਿਆਜ਼ ਮਹਿੰਗੇ ਹੋ ਰਹੇ ਆ। ਜੇ ਸਿਰਫ ਪਿਆਜ਼ ਮਹਿੰਗੇ ਹੋ ਰਹੇ ਆ, ਬਾਕੀ ਸਾਰੀ ਸਬਜ਼ੀਆਂ ਦੇ ਜਿਹੜੇ ਰੇਟ ਆ ਉਹ ਜਾਂ ਤਾਂ ਉੱਥੇ ਹੀ ਖੜੇ ਆ, ਜਾਂ ਥੋੜਾ ਬਹੁਤਾ ਹੀ ਵਧੇ ਆ, ਜਾਂ ਥੋੜਾ ਬਹੁਤਾ ਘਟੇ ਵੀ ਆ। ਤਾਂ ਇਸ ਚੀਜ਼ ਨੂੰ ਆਪਾਂ ਮਹਿੰਗਾਈ ਨਹੀਂ ਕਹਿੰਦੇ, ਕਿਉਂਕਿ ਜ਼ਿਆਦਾਤਰ ਜਿਹੜੀ ਫਿਰ ਤੁਹਾਡੀ ਫਲ ਤੇ ਸਬਜ਼ੀਆਂ ਦੀ ਮਾਰਕੀਟ ਹੈ, ਉਹ ਇੱਕ ਤਰੀਕੇ ਨਾਲ ਤੁਹਾਡੇ ਉਸੇ ਪ੍ਰਾਈਸ ਤੇ ਚੱਲ ਰਹੀ ਹੈ। ਜ਼ਿਆਦਾਤਰ ਜਿਹੜੀ ਤੁਹਾਡੀ ਫਲ ਤੇ ਸਬਜ਼ੀਆਂ ਦੀ ਮਾਰਕੀਟ ਹੈ ਉਸੇ ਪ੍ਰਾਈਸ ਤੇ ਚੱਲ ਰਹੀ ਹੈ, ਬਸ ਇੱਕ ਅੱਧੀ ਚੀਜ਼ ਮਹਿੰਗੀ ਹੋ ਰਹੀ ਹੈ। ਠੀਕ ਹੈ, ਤਾਂ ਇਸ ਚੀਜ਼ ਨੂੰ ਆਪਾਂ ਮਹਿੰਗਾਈ ਨਹੀਂ ਰੈਫਰ ਕਰਦੇ, ਕਿਉਂਕਿ ਜ਼ਿਆਦਾਤਰ ਚੀਜ਼ਾਂ ਉਸੇ ਰੇਟ ਤੇ ਹੀ ਵਿਕ ਰਹੀਆਂ। ਮਹਿੰਗਾਈ ਜਿਹੜਾ ਸ਼ਬਦ ਹੈ ਉਹ ਉਦੋਂ ਰੈਫਰ ਕੀਤਾ ਜਾਂਦਾ ਹੈ ਜਦੋਂ ਤੁਹਾਡੀ ਜ਼ਿਆਦਾਤਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹੁਣ। ਜੇ ਹੁਣ ਥੋੜੀ ਫਲ ਤੇ ਸਬਜ਼ੀਆਂ ਦੀ ਮਾਰਕੀਟ ਜਿਹੜੀ ਹੈਗੀ ਹੈ, ਇਹਦੇ ਅੰਦਰ ਜ਼ਿਆਦਾਤਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹੋਣਗੀਆਂ, ਫਿਰ ਆਪਾਂ ਕਹਾਂਗੇ ਕਿ ਹਾਂ, ਜਿਹੜੀ ਫਲ ਤੇ ਸਬਜ਼ੀਆਂ ਦੀ ਮਾਰਕੀਟ ਹੈ ਇਹ ਬਹੁਤ ਮਹਿੰਗਾਈ ਹੋ ਰਹੀ ਹੈ, ਖਾਣ ਪੀਣ ਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਰਹੀਆਂ। ਠੀਕ ਹੈ, ਤਾਂ ਇਹੀ ਡੈਫੀਨੇਸ਼ਨ ਆ ਥੱਲੇ ਲਿਖੀ ਹੈ। ਜਦੋਂ ਵੱਡੀ ਗਿਣਤੀ ਵਿੱਚ ਆਮ ਕੀਮਤ ਵਿੱਚ ਵਾਧਾ ਹੋਵੇ, ਉਸ ਚੀਜ਼ ਨੂੰ ਆਪਾਂ ਮਹਿੰਗਾਈ ਕਹਿੰਦੇ ਹਾਂ। ਜਦੋਂ ਇੱਕ ਅੱਧੀ ਚੀਜ਼ ਮਹਿੰਗੀ ਹੋ ਰਹੀ ਹੋਵੇ, ਉਹਨੂੰ ਕਦੀ ਮਹਿੰਗਾਈ ਨਹੀਂ ਕਹਾਂਗੇ। ਪੇਪਰ ਦੀ ਡੈਫੀਨੇਸ਼ਨ ਚੀਜ਼ ਯਾਦ ਰੱਖਿਓ, ਜਦੋਂ ਜ਼ਿਆਦਾਤਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹੋਣਗੀਆਂ, ਸਿਰਫ ਉਦੋਂ ਰੈਫਰ ਕੀਤਾ ਜਾਂਦਾ ਕਿ ਮਹਿੰਗਾਈ ਹੋ ਰਹੀ ਹੈ। ਕਿਉਂਕਿ ਬੰਦੇ ਨੂੰ ਵੀ ਤਾਂ ਉਦੋਂ ਹੀ ਜ਼ਿਆਦਾ ਚੁਭਣ ਲੱਗੂਗੀ ਨਾ ਇਹ ਮਹਿੰਗੀਆਂ ਚੀਜ਼ਾਂ। ਜਦੋਂ ਕੋਈ ਤੁਸੀਂ ਫਲ ਸਬਜ਼ੀਆਂ ਖਰੀਦਣ ਜਾਂਦੇ ਹੋ, ਤੁਸੀਂ ਦੇਖਦੇ ਹੋ ਕਿ ਜ਼ਿਆਦਾਤਰ ਚੀਜ਼ਾਂ ਹੀ ਤੁਹਾਨੂੰ ਮਹਿੰਗੀਆਂ ਪੈ ਰਹੀਆਂ, ਤਾਂ ਤੁਹਾਨੂੰ ਚੁਭਣਗੀਆਂ ਵੀ ਉਹ ਚੀਜ਼ਾਂ। ਪਰ ਜੇ ਤੁਹਾਨੂੰ ਦਿਖ ਰਿਹਾ ਕਿ ਹਾਂ ਨਹੀਂ, ਜ਼ਿਆਦਾਤਰ ਚੀਜ਼ਾਂ ਤੁਸੀਂ ਖਰੀਦ ਪਾ ਰਹੇ ਹੋ, ਬਸ ਇੱਕ ਅੱਧੀ ਚੀਜ਼ ਤੁਹਾਨੂੰ ਮਹਿੰਗੀ ਜ਼ਿਆਦਾ ਮਿਲ ਰਹੀ ਹੈ, ਫਿਰ ਉਹ ਮਹਿੰਗਾਈ ਵਾਂਗੂ ਨਹੀਂ ਮਹਿਸੂਸ ਹੁੰਦਾ। ਠੀਕ ਹੈ, ਮਤਲਬ ਉਹਨੂੰ ਵੈਸੇ ਵੀ ਇਕੋਨਮੀ ਆਰਥਿਕਤਾ ਵਿੱਚ ਕਦੇ ਵੀ ਉਹਨੂੰ ਮਹਿੰਗਾਈ ਨਹੀਂ ਲਿੱਤਾ ਜਾਂਦਾ ਜੇ ਇੱਕ ਅੱਧੀ ਚੀਜ਼ ਮਹਿੰਗੀ ਹੋ ਰਹੀ ਹੋਵੇ। ਜੇ ਸਾਰੀ ਮਾਰਕੀਟ ਮਹਿੰਗੀ ਹੋ ਰਹੀ ਹੋਵੇ, ਉਹਨੂੰ ਕਹਿੰਦੇ ਆ ਕਿ ਮਹਿੰਗਾਈ ਹੋ ਰਹੀ ਹੈ। ਜਿਵੇਂ ਜਦ ਦਾ ਆਪਣਾ ਕੋਵਿਡ ਦੌਰ ਸ਼ੁਰੂ ਹੋਇਆ, ਉਸ ਟਾਈਮ ਤੋਂ ਲਗਾਤਾਰ ਆਪਣੀ ਮਾਰਕੀਟ ਮਹਿੰਗਾਈ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਉਹਦਾ ਕੀ ਕਾਰਨ ਹੈ, ਉਹ ਹੁਣੇ ਮੈਂ ਤੁਹਾਨੂੰ ਸ਼ਾਰਟਲੀ ਦੱਸਦਾ। ਹੁਣ ਦੇਖੋ, ਜਿਹੜਾ ਮਹਿੰਗਾਈ ਦਾ ਕਨਸੈਪਟ ਹੈ ਆਰਥਿਕਤਾ ਦੇ ਸਬਜੈਕਟ ਵਿੱਚ, ਮੈਂ ਤੁਹਾਨੂੰ ਗੱਲ ਪਹਿਲਾਂ ਵੀ ਦੱਸੀ ਹੈ ਤੇ ਦੁਬਾਰਾ ਵੀ ਦੱਸਦਾ। ਮਹਿੰਗਾਈ ਤਾਂ ਕਿਉਂਕਿ ਖਾਸ ਕਰ ਇਹਦੇ ਉੱਤੇ ਕੀ ਪ੍ਰਾਈਸਿਸ ਹੋਣਗੇ, ਕੀ ਚੀਜ਼ਾਂ ਹੋਣਗੀਆਂ, ਉਹ ਤਾਂ ਬਹੁਤ ਸਾਰੀ ਚੀਜ਼ਾਂ ਇਹਦੇ ਉੱਤੇ ਡਿਪੈਂਡ ਕਰਦੀ ਹੈ ਕਿ ਤੁਹਾਡੀ ਮਾਰਕੀਟ ਵਿੱਚ ਚੀਜ਼ਾਂ ਦੀ ਮੰਗ ਕਿੰਨੀ ਹੈ ਤੇ ਉਹਨਾਂ ਦੀ ਪਿੱਛੋਂ ਸਪਲਾਈ ਕਿੰਨੀ ਆ ਰਹੀ ਹੈ। ਤੁਹਾਡੀ ਸਾਰੀ ਆਰਥਿਕਤਾ ਸਿਰਫ ਆਹ ਦੋ ਚੀਜ਼ਾਂ ਉੱਤੇ ਟਿਕੀ ਹੋਈ ਹੈ। ਇਸ ਕਨਸੈਪਟ ਨੂੰ ਬਹੁਤ ਧਿਆਨ ਨਾਲ ਸਮਝਿਓ, ਕਿਉਂਕਿ ਜੇ ਤੁਸੀਂ ਆਹ ਸਮਝ ਗਏ ਤਾਂ ਆਪਣੇ ਆਪ ਤੁਹਾਨੂੰ ਸਾਰੀ ਚੀਜ਼ਾਂ ਸਮਝ ਆ ਗਈਆਂ। ਹੁਣ ਮੰਗ ਹੁੰਦਾ ਹੈ, ਦੇਖੋ ਜਿਵੇਂ ਤੁਸੀਂ ਤੇ ਮੈਂ, ਜਿਹੜੇ ਆਮ ਲੋਕ ਹੈ, ਜਿੰਨੀ ਵੀ ਆਪਣੀ ਬਾਕੀ ਆਬਾਦੀ ਹੈ, ਆਪਾਂ ਮਾਰਕੀਟ ਵਿੱਚ ਕਿੰਨੀਆਂ ਚੀਜ਼ਾਂ ਖਰੀਦ ਰਹੇ ਹਾਂ, ਇਹ ਮੰਗ ਹੈ। ਆਪਾਂ ਮਾਰਕੀਟ ਵਿੱਚ ਚੀਜ਼ਾਂ ਜਾ ਕੇ ਮੰਗ ਹੀ ਕਰ ਰਹੇ ਹਾਂ, ਡਿਮਾਂਡ ਹੀ ਕਰ ਰਹੇ ਹਾਂ। ਠੀਕ ਹੈ, ਤਾਂ ਆਪਾਂ ਜੇ ਚੀਜ਼ਾਂ ਜ਼ਿਆਦਾ ਖਰੀਦਣ ਲੱਗਾਂਗੇ ਤਾਂ ਨਹੀਂ ਬਣ ਰਿਹਾ, ਤਾਂ ਆਪਣੇ ਆਪ ਹੀ ਸਮਾਨ ਦੀ ਕਮੀ ਹੋਊਗੀ ਤਾਂ ਸਮਾਨ ਮਹਿੰਗਾ ਹੋ ਜਾਊਗਾ। ਤਾਂ ਪਿੱਛੋਂ ਸਪਲਾਈ ਕਿੰਨੀ ਆ ਰਹੀ ਹੈ, ਫੈਕਟਰੀਆਂ ਬਣਾ ਕਿੰਨਾ ਪਾ ਰਹੀਆਂ ਸਮਾਨ, ਤੇ ਆਪਾਂ ਕਿੰਨੀ ਮੰਗ ਕਰ ਪਾ ਰਹੇ ਹਾਂ, ਇਹ ਦੋਨੋਂ ਚੀਜ਼ਾਂ ਤੇ ਡਿਪੈਂਡ ਕਰੂਗਾ। ਹੁਣ ਤੁਹਾਨੂੰ ਮੈਂ ਇੱਥੇ ਇੱਕ ਐਗਜ਼ਾਮਪਲ ਵੀ ਦੇਣਾ, ਫਿਰ ਤੁਹਾਨੂੰ ਹੋਰ ਵੀ ਕੁਝ ਐਗਜ਼ਾਮਪਲਸ ਦੇਣਾ। ਇਹ ਐਗਜ਼ਾਮਪਲ ਇਹ ਹੈ ਕਿ ਦੇਖੋ, ਆਪਾਂ ਦੁਕਾਨਦਾਰ ਆ, ਦੁਕਾਨਦਾਰ ਦੇ ਪਰਸਪੈਕਟਿਵ ਨਾਲ ਸਮਝਣਾ ਕਿ ਤੁਸੀਂ ਇੱਕ ਦੁਕਾਨਦਾਰ ਹੋ, ਤੇ ਮੈਂ ਇਸ ਐਗਜ਼ਾਮਪਲ ਜਿਸ ਸਾਈਡ ਤੇ ਮੈਂ ਹਜੇ ਦੁਕਾਨਦਾਰ ਹਾਂ, ਤਾਂ ਤੁਸੀਂ ਵੀ ਨਾਲ, ਮਤਲਬ ਤੁਸੀਂ ਇੱਕ ਦੁਕਾਨਦਾਰ ਹੋ, ਤਾਂ ਮੇਰੇ ਨਾਲ ਇਸ ਐਗਜ਼ਾਮਪਲ ਨੂੰ ਸਮਝੋ ਕਿ ਤੁਸੀਂ ਇੱਕ ਦੁਕਾਨਦਾਰ ਹੋ। ਤੁਹਾਡੇ ਕੋਲੇ ਇੱਕੋ ਟਾਈਮ ਤੇ 3 ਕਸਟਮਰ ਆ ਜਾਂਦੇ ਆ, A B ਤੇ C। ਆ 3 ਕਸਟਮਰ ਇੱਕੋ ਟਾਈਮ ਤੇ ਆ ਗਏ। ਇਹ ਤਿੰਨੋਂ ਕਸਟਮਰ ਨੂੰ ਤੁਹਾਡੇ ਅੱਗੇ ਆਹ ਜਿਹੜੀ ਆ ਕੋਕ ਦੀ ਬੋਤਲ ਪਈ ਹੈ, ਕੋਕਾ ਕੋਲਾ ਦੀ ਬੋਤਲ ਪਈ ਹੈ, ਇਹਨਾਂ ਨੂੰ ਆਹ ਬੋਤਲ ਚਾਹੀਦੀ ਹੈ। ਠੀਕ ਹੈ, ਪਰ ਤੁਹਾਡੀ ਦੁਕਾਨ ਸਿਰਫ ਇੱਕ ਬੋਤਲ ਬਚੀ ਹੈ, ਇਹ ਖਰੀਦਣ ਵਾਲੇ 3 ਲੋਕ ਆ ਗਏ ਆ। ਦੇਖੋ, ਆਮ ਤੌਰ ਤੇ ਵੈਸੇ ਇੰਨੇ ਦੀ ਵਿਕਦੀ ਨਹੀਂ, ਪਰ ਜਸਟ ਐਗਜ਼ਾਮਪਲ ਲੈਣ ਲਈ, ਲੈਟਸ ਸਪੋਜ਼ ਇਹ ਜਿਹੜੀ ਬੋਤਲ ਹੈ ਇਹ ਤੁਸੀਂ 10 ਰੁਪਏ ਦੀ ਵੇਚਦੇ ਹੋ। ਠੀਕ ਹੈ, ਇਹ ਜਿਹੜੀ ਕੋਕ ਦੀ ਬੋਤਲ ਹੈ, ਇੱਕ ਬੋਤਲ ਤੁਸੀਂ 10 ਰੁਪਏ ਦੀ ਵੇਚਦੇ ਹੋ।
ਕੰਪਨੀ ਤੋਂ ਜਿੰਨੀ ਆਂਦੀ ਹੈ ਅੱਗੇ ਤੁਸੀਂ ਆਪਣਾ ਮਾਰਜਨ ਜੋੜ ਕੇ ਤੁਸੀਂ 10 ਰੁਪਏ ਦੀ ਵੇਚ ਦਿੰਦੇ ਹੋ। ਹੁਣ ਆ ਤਿੰਨੋਂ ਕਸਟਮਰ ਤੁਹਾਡੇ ਕੋਲੇ ਆਏ ਆ, ਤਿੰਨਾਂ ਨੂੰ ਕੋਕ ਦੀ ਬੋਤਲ ਚਾਹੀਦੀ ਆ ਤੇ ਤਿੰਨੋਂ ਇੱਕੋ ਟਾਈਮ ਤੇ ਆਏ ਆ, ਤਿੰਨਾਂ ਕੋਲੇ ਪੈਸੇ ਹੈਗੇ ਆ 10 ਰੁਪਏ ਤੇ ਉਹ ਤਿੰਨੋਂ ਡਿਮਾਂਡ ਕਰ ਰਹੇ ਆ ਕਿ ਮੈਨੂੰ ਇਹ ਬੋਤਲ ਦਿਓ, ਮੈਂ ਲੈ ਕੇ ਜਾਣੀ ਹੈ। ਤਾਂ ਹੁਣ ਤੁਸੀਂ ਕਿਹੜੇ ਬੰਦੇ ਨੂੰ ਦੋਗੇ ਇਹਨਾਂ ਵਿੱਚੋਂ ਤੇ ਕਿਹੜੇ ਬੰਦੇ ਨੂੰ ਨਹੀਂ ਦੋਗੇ? ਹੁਣ ਗੱਲ ਕੀ ਆਂਦੀ ਹੈ, ਦੇਖੋ ਜਿਹੜੇ A B ਤੇ C ਆ ਤਿੰਨੋਂ ਲੋਕ ਹੈ। ਹੁਣ ਇਹ ਤਿੰਨੋਂ ਲੋਕਾਂ ਨਾਲ ਕੀ ਹੈ, ਦੇਖੋ ਤਿੰਨਾਂ ਕੋਲੇ ਪੈਸੇ, ਲੈਟਸ ਸਪੋਜ਼ ਘਰੋਂ ਜਿਹੜਾ A ਸੀਗਾ ਉਹ ਪੂਰੇ ਪੈਸੇ ਲੈ ਕੇ ਆਇਆ 10 ਰੁਪਏ ਦੇ ਕੋਲੇ, B ਜਿਹੜਾ ਹੈ ਉਹ 1 ਰੁਪਏ ਫालतू ਲੈ ਕੇ ਆਇਆ ਸੀ, ਉਹਦੇ ਕੋਲੇ 11, ਤੇ ਜਿਹੜਾ C ਹੈ ਉਹਦੇ ਕੋਲੇ 12 ਰੁਪਏ ਹੈਗੇ ਆ। ਹੁਣ ਗੱਲ ਕੀ ਹੈ, ਜਦੋਂ ਤਿੰਨੋਂ ਅੜ ਜਾਣਗੇ, ਦੇਖੋ ਹੁਣ ਇੱਥੇ ਇਸੇ ਚੀਜ਼ ਦਾ ਐਗਜ਼ਾਮਪਲ ਹੈ ਕਿ ਮੰਗ ਕਰਨ ਵਾਲੇ ਤਿੰਨ ਲੋਕ ਆ, A B ਤੇ C ਤਿੰਨ ਲੋਕਾਂ ਮੰਗ ਕਰਨ ਵਾਲੇ ਨੇ, ਲੋਕਾਂ ਨੂੰ ਫੀਡ ਕਰਨ ਲਈ ਨਹੀਂ ਆ ਰਹੀ, ਬੋਤਲ ਇੱਕ ਬਣ ਰਹੀ ਹੈ, ਚਾਹੀਦੀ ਤਿੰਨ ਲੋਕਾਂ ਨੂੰ ਆ, ਠੀਕ ਹੈ। ਤਾਂ ਆਬਵੀਅਸਲੀ ਸਪਲਾਈ ਵਿੱਚ ਕਮੀ ਹੈ, ਮਤਲਬ ਬਣ ਕੇ ਘੱਟ ਆ ਰਿਹਾ। ਤਾਂ ਹੋਊਗਾ ਕਿ ਤੁਸੀਂ ਇੱਥੇ ਜਦੋਂ ਇਹ ਬੋਤਲ ਰੱਖੋਗੇ, ਤੁਸੀਂ ਕਹੋਗੇ ਦੇਖੋ ਇਹ 10 ਰੁਪਏ ਦੀ ਬੋਤਲ ਹੈ, ਉਦੋਂ ਤਾਂ ਤਿੰਨੋਂ ਕਹਿਣਗੇ ਕਿ ਜੀ ਤਿੰਨਾਂ ਕੋਲੇ ਹੀ, ਸਾਡੇ ਤਿੰਨਾਂ ਕੋਲੇ ਹੀ 10 ਰੁਪਏ ਹੈਗੇ ਆ, ਫੜੋ ਮੈਨੂੰ ਦਿਓ। ਤਾਂ ਇਦਾਂ ਤਾਂ ਲੜਾਈ ਹੋ ਜੂਗੀ। ਤੁਸੀਂ ਕਹੋਗੇ ਦੇਖੋ ਮੈਂ 10 ਰੁਪਏ ਦੀ ਤਾਂ ਨਹੀਂ ਦੇ ਸਕਦਾ, ਮੈਂ 11 ਦੀ ਦੇ ਦੂੰਗਾ। A ਕਹੂਗਾ ਮੇਰੇ ਕੋਲ ਤਾਂ ਹੈ ਨਹੀਂ ਪੈਸੇ, ਮੈਂ ਚੱਲਿਆ, ਠੀਕ ਹੈ। ਪਰ 11 ਹੁਣ B ਤੇ C ਤੋਂ ਉਹਨਾਂ ਕੋਲੇ ਵੀ ਹੈ। ਹਜੇ ਵੀ ਤੁਸੀਂ ਦੇਖੋ ਮੰਗ ਲਈ 2 ਲੋਕ ਹੈ, ਸਪਲਾਈ ਲਈ ਫੇਰ ਇੱਕ ਬੋਤਲ ਹੀ ਹੈ ਹਜੇ ਵੀ। ਤਾਂ ਫੇਰ ਤੁਸੀਂ ਕਹੋਗੇ ਦੇਖੋ 11 ਦੀ ਵੀ ਨਹੀਂ ਮੈਂ ਵੇਚ ਪਾਉਂਗਾ, ਕਿਉਂਕਿ ਹਜੇ ਵੀ ਤੁਹਾਡੇ ਦੋਨਾਂ ਲੜਾਈ ਹੋ ਜੂਗੀ, ਮੈਂ 11 ਦੀ ਜਗ੍ਹਾ ਇਹ ਬੋਤਲ 12 ਦੀ ਵੇਚੂਗਾ। ਹੁਣ ਗੱਲ ਕੀ ਹੈ, B ਕਹੂਗਾ ਮੇਰੇ ਕੋਲੇ ਵੀ 12 ਨਹੀਂ ਹੈਗੇ, ਤੁਸੀਂ C ਨੂੰ ਬੋਤਲ ਵੇਚ ਦੋਗੇ। ਪਰ ਹੁਣ ਹੋਇਆ ਕੀ ਹੈ, ਜਿਹੜੀ ਬੋਤਲ ਓਰੀਜਨਲੀ ਤੁਸੀਂ 10 ਰੁਪਏ ਦੀ ਵੇਚਦੇ ਸੀ, ਉਹ ਬੋਤਲ ਤੁਸੀਂ 12 ਰੁਪਏ ਦੀ ਵੇਚੀ ਹੈ। ਇਹੀ ਤਾਂ ਮਹਿੰਗਾਈ ਹੁੰਦੀ ਹੈ। ਜਿਹੜੀ ਚੀਜ਼ ਦੀ ਜਿੰਨੀ ਕੀਮਤ ਹੁੰਦੀ ਹੈ ਉਹ ਤੋਂ ਜ਼ਿਆਦਾ ਜਦੋਂ ਵਿਕਣ ਲੱਗ ਜਾਏ ਮਾਰਕੀਟ ਵਿੱਚ, ਉਹੀ ਤਾਂ ਮਹਿੰਗਾਈ ਹੈ। ਜੇ ਮੈਂ ਕਹਾਂ ਜਿਹੜੀ ਚੀਜ਼ ਤੁਸੀਂ ਪਹਿਲਾਂ ਕੁਝ ਟਾਈਮ ਪਹਿਲਾਂ ਲੈਟਸ 50 ਰੁਪਏ ਦੀ ਲੈ ਲੈਂਦੇ ਸੀ, ਅੱਜ ਉਹ 60 ਦੀ ਆ ਰਹੀ ਹੈ, ਇਹੀ ਤਾਂ ਮਹਿੰਗਾਈ ਹੈ। ਕਿਉਂਕਿ ਹੋਇਆ ਕੀ ਹੈ, ਮਤਲਬ ਇਹ ਸਾਰੀ ਐਗਜ਼ਾਮਪਲ ਵਿੱਚ ਤੁਹਾਨੂੰ ਇੱਕ ਇਨਡਾਇਰੈਕਟਲੀ ਇੱਕ ਹੋਰ ਚੀਜ਼ ਦੱਸਦਾ, ਇਹ ਸਾਰੀ ਚੀਜ਼ਾਂ ਵਿੱਚ ਹੋਇਆ ਕੀ ਹੈ, ਲੋਕਾਂ ਕੋਲੇ ਖਰੀਦਣ ਦੀ ਪਾਵਰ ਹੈਗੀ ਆ। ਦੇਖੋ ਹੁਣ ਇਹ ਬਹੁਤ ਵੱਡਾ ਹੁਣ ਫੈਕਟਰ ਹੈ, ਲੋਕਾਂ ਕੋਲੇ ਜਿਹੜੀ ਆਹ ਕੀਮਤ ਦੀ ਬੋਤਲ ਸੀ 10 ਰੁਪਏ, ਜੇ ਲੋਕਾਂ ਦੇ ਹੱਥ 10-10 ਰੁਪਏ ਆ ਚੁੱਕੇ ਆ, ਲੋਕਾਂ ਦੇ ਹੱਥੋਂ ਪੈਸਾ ਲੱਗ ਚੁੱਕਿਆ, ਹਰ ਬੰਦੇ ਕੋਲੇ 10 ਰੁਪਏ ਹੈਗੇ ਆ, ਹਰ ਬੰਦਾ ਉਹ ਖਰੀਦ ਸਕਦਾ ਹੈ, ਉਹ ਚੀਜ਼ ਦੀ ਕੀਮਤ ਆਪਣੇ ਆਪ ਹੀ ਉੱਤੇ ਚਲੀ ਜਾਊਗੀ। ਇੱਕ ਚੀਜ਼, ਇੱਕ ਗੱਲ ਦੇਖੋ, ਕੁਝ ਸਾਲ ਪਹਿਲਾਂ ਬਿਨਾਂ ਪਾਰਟੀ ਪੋਲਿਟਿਕਸ ਦਾ ਨਾਮ ਲੈ, ਸਾਰੇ ਭਾਰਤ ਦੇ ਨਾਗਰਿਕਾਂ ਨੂੰ, ਪਤਾ ਨਹੀਂ ਕਿੰਨਾ ਸੀ, ਚਲੋ 5 ਲੱਖ, ਸਾਰੇ ਭਾਰਤ ਦੇ ਨਾਗਰਿਕਾਂ ਨੂੰ ਦੇ ਦਿੱਤਾ ਜਾਊਗਾ। ਉਹ ਕਦੀ ਵੀ ਸੱਚ ਨਹੀਂ ਹੋ ਸਕਦਾ ਸੀ। ਆਰਥਿਕਤਾ ਦੇ ਸਬਜੈਕਟ ਵਿੱਚ ਇਹ ਚੀਜ਼ ਕਲੀਅਰ ਹੈ। ਦੇਖੋ ਕਦੀ ਤੁਹਾਡੇ ਮਨ ਵਿੱਚ ਵੀ ਆਇਆ ਹੋਊਗਾ, ਜੇ ਸਰਕਾਰ ਹੀ ਨੋਟ ਪ੍ਰਿੰਟ ਕਰਦੀ ਹੈ ਤੇ ਗਰੀਬ ਇੰਨੇ ਆਪਣੇ ਦੇਸ਼ ਵਿੱਚ, ਆਪਾਂ ਸਾਰਿਆਂ ਨੂੰ ਨੋਟ ਪ੍ਰਿੰਟ ਕਰਕੇ ਕਿਉਂ ਨਹੀਂ ਵੰਡ ਦਿੰਦੇ? ਗਰੀਬੀ ਖਤਮ। ਦਿੱਕਤ ਕੀ ਹੈ, ਜੇ ਹਰ ਬੰਦੇ ਕੋਲੇ ਉਨੇ ਪੈਸੇ ਹੋਣਗੇ, ਪਿੱਛੋਂ ਸਮਾਨ ਤਾਂ ਉਹਨਾਂ ਬਣ ਹੀ ਨਹੀਂ ਰਿਹਾ। ਜੇ ਹਰ ਬੰਦੇ ਨੂੰ 5 ਲੱਖ ਰੁਪਏ ਮਿਲ ਜਾਂਦਾ, ਅੱਜ ਸਭ ਤੋਂ ਘੱਟ ਕੀਮਤ ਕੀ ਹੋ ਸਕਦੀ ਹੈ? ਅੱਜ ਸਭ ਤੋਂ ਘੱਟ ਕੀਮਤ ਹੈ ਫ੍ਰੀ, 0। ਫਿਰ ਸਭ ਤੋਂ ਘੱਟ ਕੀਮਤ 5 ਲੱਖ ਰੁਪਏ ਹੋਣੀ ਸੀ, ਕਿਉਂਕਿ ਹਰ ਬੰਦੇ ਕੋਲੇ ਹੀ 5 ਲੱਖ ਹੈ। ਤਾਂ ਅੱਜ ਜੋ ਸਮਾਨ 5 ਲੱਖ ਦਾ ਸੀ, ਉਹ 5 ਕਰੋੜ ਦਾ ਹੋ ਜਾਣਾ ਸੀ, ਕਿਉਂਕਿ ਜਿਹੜੇ ਹਰ ਬੰਦਾ ਹੀ 5 ਲੱਖ ਲੈ ਕੇ ਪਹੁੰਚ ਜਾਂਦਾ ਕਿ ਜੀ ਲੈਟਸ ਸਪੋਜ਼ ਕੋਈ ਗੱਡੀ ਆਂਦੀ ਹੈ 5 ਲੱਖ ਦੀ, ਹਰ ਬੰਦਾ ਹੀ 5 ਲੱਖ ਲੈ ਕੇ ਪਹੁੰਚ ਜਾਂਦਾ ਕਿ ਮੈਨੂੰ ਗੱਡੀ ਦਿਓ ਇਹ। ਪਰ ਜੇ ਹਰ ਬੰਦਾ ਹੀ ਪਹੁੰਚ ਰਿਹਾ ਇੰਨੀ ਹੈ, ਤਾਂ ਗੱਡੀ ਹੀ ਨਹੀਂ ਬਣਾ ਰਹੇ, ਇੰਨਾ ਤਾਂ ਸਮਾਨ ਹੀ ਨਹੀਂ ਹੈਗਾ। ਤਾਂ ਕੀਮਤਾਂ ਆਪਣੇ ਆਪ ਉਸ ਲੈਵਲ ਤੇ ਚਲੀਆਂ ਜਾਂਦੀਆਂ ਜਿੱਥੇ ਉਨੇ ਹੀ ਲੋਕ ਦੁਬਾਰਾ ਤੋਂ ਖਰੀਦ ਸਕਣ। ਬਸ ਥੋੜੇ ਬਹੁਤੇ ਹੋਰ ਐਡ ਹੋ ਜਾਣ, ਪਰ ਜ਼ਿਆਦਾਤਰ ਉਹੀ ਲੋਕ ਖਰੀਦ ਸਕਣ, ਠੀਕ ਹੈ। ਕੀਮਤਾਂ ਲਗਾਤਾਰ ਇਦਾਂ ਹੀ ਵਧਦੀਆਂ ਕਿ ਜਿੰਨੀ ਸਪਲਾਈ ਆਊਗੀ ਉਸੇ ਅਕੋਰਡਿੰਗ ਮੰਗ ਵੀ ਐਡਜਸਟ ਹੋ ਜੇ, ਠੀਕ ਹੈ। ਕਿਉਂਕਿ ਦੇਖੋ ਆਪਾਂ ਆਪਣਾ ਸਮਾਜ ਦੇਖਦੇ ਹਾਂ ਕਿ ਹਰ ਜਿਵੇਂ ਆਪਣੀ ਸੋਸਾਇਟੀ 'ਚ ਆਪਾਂ ਉੱਤੇ ਜਾਂਦੇ ਹਾਂ, ਫਰਕ ਇਹੀ ਆਉਂਦਾ ਕਿ ਜਿੰਨੇ ਅਮੀਰ ਲੋਕ ਆ ਉਹਨਾਂ ਕੋਲ ਪੈਸਾ ਜ਼ਿਆਦਾ ਹੈ, ਠੀਕ ਹੈ, ਤੇ ਜਿੰਨਾ ਆਪਾਂ ਥੱਲੇ ਆਉਂਦੇ ਹਾਂ ਪੈਸਾ ਘੱਟ ਹੈ। ਇਹ ਸਮਾਜ ਦੀ ਰਿਐਲਿਟੀ ਹੈ। ਹੁਣ ਮੈਂ ਪੜ੍ਹਾਉਣ ਵਿੱਚ ਕੋਈ ਝੂਠ ਤਾਂ ਬੋਲ ਨਹੀਂ ਸਕਦਾ। ਹੁਣ ਇਹ ਸਾਰੀ ਚੀਜ਼ ਵਿੱਚ ਫਰਕ ਕਿੱਥੇ ਆਉਂਦਾ, ਕੀ ਚੀਜ਼ ਵਿੱਚ ਹੈ? ਹੁਣ ਜਦੋਂ ਇਹ ਸਾਰਾ ਦਾ ਸਾਰਾ ਪਿਰਾਮਿਡ ਇਦਾਂ ਬਣਿਆ ਹੋਇਆ ਸਮਾਜ ਦਾ, ਤਾਂ ਹਰ ਜਿਹੜੀ ਸਮਾਨ ਹੈ ਉਹਨਾਂ ਦੀਆਂ ਕੀਮਤਾਂ ਵੀ ਉੱਦਾਂ। ਹੁਣ ਦੇਖੋ ਟੀਵੀ ਇੱਕ ਲਾ ਲੈਂਦੇ, ਲੈਟਸ ਸਪੋਜ਼ ਇੱਕ ਕੰਪਨੀ ਨੇ, ਕੋਈ ਕੰਪਨੀ ਸੀ, ਲੈਟਸ ਸਪੋਜ਼ ਆਪਾਂ ਚਲੋ ਸੋਨੀ ਲਾ ਲੈਂਦੇ ਹਾਂ, ਸੋਨੀ ਨੇ ਇੱਕ ਨਵਾਂ ਟੀਵੀ ਕੱਢਿਆ 65 ਇੰਚ ਦਾ, ਠੀਕ ਹੈ, 65 ਇੰਚ ਦਾ ਟੀਵੀ ਕੱਢਿਆ, ਬਹੁਤ ਹੀ ਕੋਈ ਫੀਚਰ ਲਾਏ ਤੇ ਟੀਵੀ 3 ਲੱਖ ਰੁਪਏ ਦਾ ਰੱਖਤਾ।
ਹੁਣ ਹਰ ਬੰਦਾ ਤਾਂ ਨਹੀਂ 3 ਲੱਖ ਦਾ ਟੀਵੀ ਲੈ ਪਾਊਗਾ, ਠੀਕ ਹੈ, ਬਹੁਤ ਮਹਿੰਗਾ ਟੀਵੀ ਹੈ, ਟੀਵੀ ਤਾਂ ਅੱਜ ਕੱਲ ਕੀ ਕਹਿੰਦੇ 20,000 ਤੋਂ ਵੀ ਸ਼ੁਰੂ ਹੋ ਰਹੇ, ਤਾਂ ਮਤਲਬ ਚੰਗੇ ਟੀਵੀ 20,000 ਤੋਂ ਵੀ ਸ਼ੁਰੂ ਹੋ ਰਹੇ, ਤਾਂ 3 ਲੱਖ ਦਾ ਟੀਵੀ ਕੌਣ ਖਰੀਦੂਗਾ? ਪਰ ਭਾਰਤ ਵਿੱਚ ਕੁਝ ਲੋਕ ਤਾਂ ਹੋਣਗੇ ਨਾ ਜੋ ਇਹ 3 ਲੱਖ ਦਾ ਟੀਵੀ ਖਰੀਦਣਗੇ। ਹੁਣ ਗੱਲ ਕੀ ਹੈ, ਜਿਹੜੀ ਪਿੱਛੇ ਕੰਪਨੀ ਹੈ ਸੋਨੀ ਹੈ, ਉਹਨਾਂ ਨੇ ਇਹ 3 ਲੱਖ ਦਾ ਟੀਵੀ ਇਦਾਂ ਨਹੀਂ ਹੈ ਕਿ ਲੱਖਾਂ ਪੀਸ ਬਣਾ ਦੇਣੇ, ਉਹਨਾਂ ਨੂੰ ਵੀ ਨਹੀਂ ਪਤਾ, ਉਹਨਾਂ ਨੂੰ ਵੀ ਪਤਾ ਕਿ ਇੰਨੇ ਤਾਂ ਵਿਕਣੇ ਹੀ ਨਹੀਂ। ਉਹਨਾਂ ਨੂੰ ਪਤਾ ਕਿ ਆਹ 3 ਲੱਖ ਦਾ ਟੀਵੀ ਖਰੀਦਣ ਵਾਲੇ ਲੈਟਸ ਸਪੋਜ਼ ਪੂਰੇ ਭਾਰਤ 150 ਕਰੋੜ ਦੀ ਆਪਣੀ ਆਬਾਦੀ ਹੈ, 1000 ਕੋ ਲੋਕ ਹੋਣਗੇ ਜਿਹੜਾ ਟੀਵੀ ਲੈ ਲੈਣਗੇ, ਬਾਕੀ ਨਹੀਂ ਲੈਣਗੇ। ਇੰਨਾ ਮਹਿੰਗਾ ਟੀਵੀ ਕੋਈ ਨਹੀਂ, ਬਾਕੀ ਪ੍ਰਾਈਸ ਜਾਂ ਗਿਰਨ ਦੀ ਵੇਟ ਕਰਨਗੇ ਜਾਂ ਲੈਣਗੇ ਹੀ ਨਹੀਂ। 1000 ਕੋ ਹੀ ਯੂਨਿਟ ਵਿਕਣੇ ਬਸ ਇਹਦੇ। ਤਾਂ ਸੋਨੀ ਵਾਲੇ ਕੀ ਕਰਨਗੇ, ਉਹ ਉਦੋਂ ਜ਼ਿਆਦਾ ਟੀਵੀ ਬਣਾਉਣਗੇ ਹੀ ਨਹੀਂ। ਪਰ ਜੇ ਮੈਂ ਕਹਾਂ ਕਿ ਹਰ ਬੰਦੇ ਕੋਲੇ ਹੀ 3-3 ਲੱਖ ਰੁਪਏ ਆ ਗਿਆ, ਠੀਕ ਹੈ, ਤਾਂ ਹਰ ਬੰਦਾ ਹੀ ਇਹ ਟੀਵੀ ਖਰੀਦਣ ਲਈ ਲੈਟਸ ਸਪੋਜ਼ ਭੱਜ ਲਿਆ। ਇਸ ਟੀਵੀ ਦੀ ਕੀਮਤ ਇੰਨੇ ਤਾਂ ਉਹਨਾਂ ਨੇ ਯੂਨਿਟ ਹੀ ਨਹੀਂ ਬਣਾਏ, ਲੈਟਸ ਸਪੋਜ਼ ਇਹਨੂੰ ਖਰੀਦਣ ਲਈ 1000 ਟੀਵੀ ਬਣਾਏ ਸੀ, ਖਰੀਦਣ ਵਾਲਾ 1500 ਬੰਦਾ ਵੀ ਆ ਗਿਆ। ਹੁਣ 1500 ਬੰਦਿਆਂ ਲਈ ਤਾਂ ਟੀਵੀ ਬਣਾਇਆ ਹੀ ਨਹੀਂ ਉਹਨਾਂ ਨੇ, ਤਾਂ ਇਹ ਟੀਵੀ ਕਦੀ ਵੀ ਫਿਰ 3 ਲੱਖ ਤੇ ਨਹੀਂ ਰਹੂਗਾ, ਇਹਦੀ ਕੀਮਤ ਥੋੜੀ ਬਹੁਤੀ ਹੋਰ ਵੱਧ ਜੂਗੀ। ਕੰਪਨੀਆਂ ਕੋਲੇ ਕਈ ਵਾਰੀ ਤੁਸੀਂ ਜਾਓਗੇ, ਕਈ ਵਾਰੀ ਸ਼ੋਰੂਮ ਤੇ ਜਾਓਗੇ, ਤੁਸੀਂ ਅੱਜ ਕੀਮਤ ਪੁੱਛ ਕੇ ਆਏ ਹੋ, ਲੈਟਸ ਸਪੋਜ਼ ਉਹਨਾਂ ਨੇ ਕਿਹਾ ਹੀ ਐਗਜ਼ਾਮਪਲ ਲੈ ਲੈਣਗੇ 3 ਲੱਖ ਰੁਪਏ, ਤੁਸੀਂ ਕਿਹਾ ਚਲੋ ਮਹੀਨਾ ਡੇਢ ਰੁਕੇ ਕਿ ਥੋੜੀ ਬਹੁਤੀ ਕੀਮਤਾਂ ਥੱਲੇ ਆਣਗੀਆਂ, ਬਾਅਦ ਚ ਲੈ ਲੈਣੇ, ਤੁਸੀਂ ਆ 1500 ਵਿੱਚੋਂ ਹੋ, ਠੀਕ ਹੈ। ਮਹੀਨਾ ਡੇਢ ਮਹੀਨੇ ਬਾਅਦ ਜਾਣੇ, ਉਹ ਕਹਿਣਗੇ ਕਿ 3.25 ਹੋ ਗਿਆ, ਤੁਸੀਂ ਕਹੋਗੇ ਟੀਵੀ ਪ੍ਰਾਈਸ ਗਿਰਨ ਦੀ ਜਗ੍ਹਾ ਵੱਧ ਕਿਉਂ ਗਿਆ? ਉਹ ਕਹਿਣਗੇ ਜੀ ਇਸ ਟੀਵੀ ਦੀ ਮੰਗ ਹੀ ਬੜੀ ਹੈ, ਲੋਕ ਖਰੀਦ ਹੀ ਬਹੁਤ ਰਹੇ ਆ, ਤੇ ਇਸ ਕਾਰਨ ਵੱਧ ਗਏ। ਕਿਉਂ? ਕਿਉਂਕਿ ਪਿੱਛੋਂ ਨਾ ਬਣ ਹੀ ਨਹੀਂ ਰਿਹਾ ਜਿੰਨੇ ਲੋਕ ਖਰੀਦਣ ਲਈ ਆ ਰਹੇ ਆ, ਤਾਂ ਕੀਮਤਾਂ ਗਿਰਨ ਦੀ ਜਗ੍ਹਾ ਹਮੇਸ਼ਾ ਵਧਣਗੀਆਂ। ਜੋ ਸਪਲਾਈ ਘੱਟ ਹੋਊਗੀ, ਹਮੇਸ਼ਾ ਕੀਮਤਾਂ ਉੱਤੇ ਜਾਣਗੀਆਂ। ਮਹਿੰਗਾਈ ਦਾ ਸਾਰਾ ਕਨਸੈਪਟ ਹੀ ਇਹ ਹੈ। ਤੇ ਹੁਣ ਗੱਲ ਆਉਂਦੀ ਹੈ, ਹੁਣ ਇਹਦੇ ਨਾਲ ਹੀ ਇੱਕ ਚੀਜ਼, ਆਪਾਂ ਮੰਗ ਕਰਦੇ ਕਿੱਦਾਂ? ਮੰਗ ਲਈ ਇਹ ਥੋੜੀ ਹੈ ਕਿ ਮਾਰਕੀਟ ਵਿੱਚ ਜਾ ਕੇ ਕੋਈ ਹੜਤਾਲ ਕਰਨੀ ਹੈ, ਨਾਰੇ ਲਾਣੇ, ਕੁਝ ਕਰਨੇ ਹੈ। ਮੰਗ ਹਮੇਸ਼ਾ ਹੁੰਦੀ ਹੈ ਪੈਸੇ ਤੋਂ, ਰੁਪਏ ਤੋਂ, ਪੈਸੇ ਤੋਂ ਮੰਗ ਹੁੰਦੀ ਹੈ। ਜਿੰਨਾ ਤੁਸੀਂ, ਤੁਹਾਡੇ ਕੋਲ ਪੈਸਾ ਹੈਗਾ, ਤੁਸੀਂ ਉਨੀ ਮਹਿੰਗੀ ਚੀਜ਼। ਦੇਖੋ ਅੱਜ ਮੇਰੇ ਕੋਲੇ 10,000 ਰੁਪਏ ਹੈ, ਤਾਂ ਮੈਂ ਫੋਨ ਵੀ 10,000 ਦਾ ਲੈ ਪਾਊਂਗਾ। ਪਰ ਹੁਣ ਜਿਹੜੇ ਤੁਹਾਡੇ ਆਈਫੋਨ ਦੇ ਜਿਹੜੇ ਮਾਡਲ ਆ ਰਹੇ, ਉਹ 1.5 ਲੱਖ ਰੁਪਏ ਵੀ ਕੀਮਤ ਹੈਗੀ ਹੈ, ਤੇ ਉਹ ਵਿਕ ਵੀ ਰਹੇ ਆ। ਐਪਲ ਕੰਪਨੀ ਆਪਣੇ ਫੋਨ ਸਸਤੇ ਹੀ ਨਹੀਂ ਕਰ ਰਹੀ, ਕਿਉਂਕਿ ਉਹਨਾਂ ਨੂੰ ਪਤਾ ਅਸੀਂ ਜਿੰਨੇ ਬਣਾ ਰਹੇ ਹਾਂ ਵੇਚੀ ਜਾ ਰਹੇ ਹਾਂ। ਤਾਂ ਕੰਪਨੀਆਂ 10,000 ਦੇ ਫੋਨ ਵੇਚ ਰਹੀਆਂ, 1.5 ਲੱਖ ਦੇ ਵੇਚ ਰਹੀਆਂ। ਹੁਣ ਕਸਟਮਰ, ਪਰ ਜੇ ਤੁਸੀਂ ਕੀ ਕਹਿੰਦੇ, ਭਾਰਤ ਦੀ ਮੈਂ ਤੁਹਾਨੂੰ ਪੂਰੀ ਮਾਰਕੀਟ ਦਾ ਸੈਗਮੈਂਟ ਦੱਸਾਂ, ਭਾਰਤ ਦੀ ਜਿਹੜੀ 55% ਪੋਪੂਲੇਸ਼ਨ ਹੈ ਨਾ, ਉਹਨਾਂ ਕੋਲੇ 30,000 ਰੁਪਏ ਤੋਂ ਘੱਟ ਦਾ ਫੋਨ ਹੀ ਹੈ। ਸਭ ਤੋਂ ਵੱਡਾ ਸ਼ੇਅਰ ਇਹੀ ਹੈ, 30,000 ਤੋਂ ਘੱਟ ਸਸਤੇ ਫੋਨ ਹੀ ਹੈ ਜ਼ਿਆਦਾਤਰ ਆਪਣੀ ਆਬਾਦੀ ਕੋਲੇ, ਠੀਕ ਹੈ। ਪਰ ਮਤਲਬ ਇਹ 55% ਵੀ ਉਹ ਲੋਕ ਹੈ ਜਿਹੜੇ 20,000 ਤੋਂ 30,000, ਤਾਂ ਬਾਕੀ ਇਹ ਤੋਂ ਥੱਲੇ ਵਾਲੇ ਫੋਨ ਵਾਲੇ ਵੀ ਹੈ, ਇਹ ਤੋਂ ਉੱਤੇ ਵਾਲੇ ਫੋਨ ਵਾਲੇ ਵੀ ਹੈ, ਤਾਂ ਇਹ ਵਾਲਾ ਸੈਗਮੈਂਟ ਹੈ। ਤਾਂ ਹੁਣ ਤੁਸੀਂ ਇਹ ਦੇਖੋ ਕਿ ਆਹ ਫੋਨ ਖਰੀਦਣ ਵਾਲੇ ਵੀ ਲੋਕ ਆ, ਠੀਕ ਹੈ, ਆਹ ਫੋਨ ਖਰੀਦਣ ਵਾਲੇ ਵੀ ਲੋਕ ਹੈ। ਹੁਣ ਪਰ ਜੇ ਹਰ ਬੰਦੇ ਕੋਲੇ 1.5 ਲੱਖ ਰੁਪਇਆ ਆ ਗਿਆ, ਠੀਕ ਹੈ, ਗੱਲ ਤਾਂ ਸਿਰਫ ਪੈਸੇ ਦੀ ਹੈ ਨਾ, ਕਿ ਮੈਂ 10,000 ਦਾ ਫੋਨ ਕਿਉਂ ਖਰੀਦ ਰਿਹਾ ਤੇ 1.5 ਲੱਖ ਦਾ ਕਿਉਂ ਨਹੀਂ ਖਰੀਦ ਰਿਹਾ? ਕਿਉਂਕਿ ਮੇਰੇ ਕੋਲੇ ਹਜੇ ਪੈਸੇ ਨਹੀਂ ਹੈ। ਜੇ ਪੈਸੇ ਹੋਣ ਤਾਂ ਬੰਦਾ 1.5 ਲੱਖ ਦਾ ਵੀ ਫੋਨ ਖਰੀਦ ਲੂਗਾ। ਜੇ ਬੰਦੇ ਨੇ 1.5 ਲੱਖ ਦਾ ਫੋਨ ਖਰੀਦੇ, ਮਤਲਬ ਹਰ ਬੰਦੇ ਕੋਲੇ ਹੀ 1.5 ਲੱਖ ਆ ਗਏ, ਆਪਾਂ ਸਾਰਿਆਂ ਕੋਲੇ 1.5 ਲੱਖ ਰੁਪਏ ਆ ਗਿਆ, ਆਪਾਂ ਸਾਰੇ ਫੋਨ ਲੈਣ ਚਲੇ ਗਏ, ਫੋਨ 1.5 ਲੱਖ ਦਾ ਨਹੀਂ 15 ਲੱਖ ਦਾ ਹੋ ਜਾਊਗਾ, ਕਿਉਂਕਿ ਉਹ ਬਣਾ ਹੀ ਨਾ ਰਹੇ ਆ। ਸਾਰੀ ਗੱਲ ਮੰਗ ਵੀ, ਲੋਕਾਂ ਦੀਆਂ ਤਨਖਾਹਾਂ ਵੱਧਦੀਆਂ, ਜਾਂ ਸਰਕਾਰ ਕੋਈ ਸਬਸਿਡੀ ਦੇ ਥਰੂ ਪੈਸੇ ਵੰਡਦੀ ਹੈ, ਜਾਂ ਕੁਝ ਵੀ ਹੁੰਦਾ ਹੈ, ਹਮੇਸ਼ਾ ਮਾਰਕੀਟ ਵਿੱਚ ਪੈਸਾ ਵੱਧ ਜਾਂਦਾ ਹੈ। ਤੇ ਜਦ ਵੀ ਪੈਸਾ ਲੋਕਾਂ ਕੋਲੇ ਵਧੂਗਾ ਜਾਂ ਲੋਕਾਂ ਨੇ ਖਰਚ ਕਰਨਾ ਵਧਾਤਾ, ਹਮੇਸ਼ਾ ਮਤਲਬ ਮੰਗ ਵੱਧ ਗਈ। ਜੇ ਮੰਗ ਵਧੂਗੀ ਤੇ ਪਿੱਛੇ ਫੈਕਟਰੀਆਂ ਉਸ ਲੈਵਲ ਤੇ ਨਹੀਂ ਬਣਾ ਰਹੀਆਂ, ਤਾਂ ਚੀਜ਼ਾਂ ਥੋੜੀ ਆਪਣੇ ਆਪ ਮਹਿੰਗੀਆਂ ਹੋ ਜਾਣਗੀਆਂ। ਤਾਂ ਕਿ ਜੋ ਸੈਲਰੀ ਵਧੀ ਵੀ ਹੈ, ਦੇਖੋ ਜੇ ਹਰ ਸਾਲ ਆਪਾਂ, ਤੁਸੀਂ ਅਖਬਾਰਾਂ ਵਿੱਚ ਪੜ੍ਹੋਗੇ, ਆਪਾਂ ਕਰੰਟ ਅਫੇਅਰ ਵਿੱਚ ਵੀ ਪੜਾਂਗੇ ਕਿ ਮਹਿੰਗਾਈ ਦਰ ਕੀ ਚੱਲ ਰਹੀ ਹੈ। ਮਹਿੰਗਾਈ ਦੀ ਦਰ ਲੈਟਸ ਸਪੋਜ਼ ਆਪਣੀ 6% ਚੱਲ ਰਹੀ ਹੋਵੇ। ਜੇ ਹਰ ਸਾਲ ਕੋਈ ਬੰਦਾ ਕਿਤੇ ਨੌਕਰੀ ਤੇ ਲੱਗਿਆ ਹੋਇਆ ਤੇ ਹਰ ਸਾਲ ਉਹਨੂੰ 6% ਉਹਦੀ ਤਨਖਾਹ ਵਧਾ ਦਿੱਤੀ ਗਈ ਹੈ ਹਰ ਸਾਲ, ਤਾਂ ਐਕਚੁਅਲੀ ਦੇਖੋ ਜਿਹੜਾ ਬੰਦਾ, ਆਪਾਂ ਐਗਜ਼ਾਮਪਲ ਦੇ ਤੌਰ ਤੇ ਲੈ ਲੈਂਦੇ, ਚਲੋ ਆਪਾਂ ਰਾਉਂਡ ਫਿਗਰਸ ਲਵਾਂਗੇ ਕਿ ਲੈਟਸ ਸਪੋਜ਼ ਇੱਕ ਬੰਦੇ ਦੀ ਤਨਖਾਹ ਸੀਗੀ ਮਹੀਨੇ ਦੀ 10,000 ਰੁਪਏ, ਉਹਦੀ ਤਨਖਾਹ ਵੱਧ ਕੇ 11,000 ਰੁਪਏ ਹੋ ਗਈ ਅਗਲੇ ਸਾਲ। ਹੁਣ ਲੱਗੂਗਾ ਕਿ ਚਲੋ 1,000 ਰੁਪਇਆ ਵੱਧ ਗਿਆ।
ਪਰ ਜੇ 1 ਸਾਲ ਵਿੱਚ ਮਹਿੰਗਾਈ ਵੀ ਇਦਾਂ ਵਧੀ ਹੈ ਕਿ ਟੋਟਲ ਕਰਕੇ 1000 ਰੁਪਇਆ ਹੀ ਹੋਰ ਲੱਗ ਰਿਹਾ ਹੈ, ਤਾਂ ਬੰਦਾ ਦੇਖੂਗਾ ਕਿ ਯਾਰ ਮਹੀਨੇ ਦੇ ਐਂਡ ਤੇ ਫਿਰ ਪੈਸਾ ਨਹੀਂ ਬਚ ਰਿਹਾ। ਕਿਉਂ ਨਹੀਂ ਬਚ ਰਿਹਾ? ਜਿਹੜੀ ਲੈਟਸ ਸਪੋਜ਼ ਜਿਵੇਂ ਪਹਿਲਾਂ ਕੋਈ ਚੀਜ਼ 10 ਰੁਪਏ ਦੀ ਸੀ, ਜੇ ਹੁਣ ਉਹ 12 ਦੀ ਹੋ ਗਈ ਹੈ, 11 ਦੀ ਹੋ ਗਈ ਹੈ, ਆਪਣੇ ਆਪ ਜੀ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ। ਸੈਲਰੀ ਵਧਣ ਨਾਲ ਹੋਇਆ ਕਿ ਜੇ ਸਾਰਿਆਂ ਦੀ ਸੈਲਰੀ ਵਧ ਰਹੀ ਹੈ, ਸੈਲਰੀ ਵਧਣ ਨਾਲ ਪੈਸਾ ਵਧਿਆ, ਪਰ ਪਿੱਛੇ ਜੇ ਉਨੀ ਸਪਲਾਈ ਨਹੀਂ ਵਧ ਰਹੀ, ਪਿੱਛੋਂ ਦੀ ਉਨਾ ਸਮਾਨ ਨਹੀਂ ਬਣ ਰਿਹਾ, ਹਰ ਚੀਜ਼ ਮਹਿੰਗੀ ਹੋ ਰਹੀ ਹੈ, ਬਚਾ ਕੇ ਪੈਸਾ ਉੱਥੇ ਆ ਜਾਂਦਾ। ਮਤਲਬ ਦਿਖਣ ਨੂੰ ਹੈ ਕਿ ਤੁਹਾਡੀ ਤਨਖਾਹ ਵਧੀ ਹੈ, ਪਰ ਐਕਚੁਅਲੀ ਕੁਝ ਨਹੀਂ ਵਧਿਆ, ਖਰਚਾ ਉੱਥੇ ਫਿਰ ਰਿਹਾ। ਇਹ ਸਾਰੀ ਦੀ ਸਾਰੀ ਚੀਜ਼ ਹੈ। ਤਾਂ ਇਹ ਚੀਜ਼ ਹੈ ਮੰਗ ਤੇ ਤੁਹਾਡੀ ਸਪਲਾਈ, ਸਾਰੀ ਇਕਨੋਮੀ ਇਹਦੇ ਉੱਤੇ ਹੈ। ਤੁਹਾਨੂੰ ਪੇਪਰ 'ਚ ਕੋਈ ਵੀ ਕੁਐਸਚਨ ਆ ਜਾਏ, ਤੁਸੀਂ ਇਸੇ ਫੈਕਟਰ ਉੱਤੇ ਮਤਲਬ ਕਈ ਵਾਰ ਨਾ ਪੇਪਰ 'ਚ ਇਦਾਂ ਦੇ ਕੁਐਸਚਨ ਆਉਂਦੇ ਹੁੰਦੇ ਆ, ਤੁਹਾਨੂੰ ਨਾ ਇੱਕ ਸਟੇਟਮੈਂਟ ਬਣਾ ਕੇ ਦੇ ਦੇਣਗੇ ਕਿ ਤੁਸੀਂ ਸਟੇਟਮੈਂਟਸ ਵਿੱਚ ਕਦੀ ਵੀ ਕਨਫਿਊਜ਼ ਨਹੀਂ ਹੋਣਾ, ਸਟੇਟਮੈਂਟਸ ਵਿੱਚ ਕਦੀ ਫਸਣਾ ਨਹੀਂ ਹੈ। ਹਮੇਸ਼ਾ ਇਹ ਬਹਿ ਕੇ ਸੋਚਿਓ, ਬਸ ਉਸ ਸਾਰੀ ਸਟੇਟਮੈਂਟ ਨੂੰ ਦੋਨੋਂ ਪਾਸੇ ਲਿਖਣਾ ਸ਼ੁਰੂ ਕਰ ਦਿਓ ਕਿ ਇਸ ਚੀਜ਼ ਨਾਲ ਮੰਗ ਵਧ ਰਹੀ ਹੈ ਜਾਂ ਸਪਲਾਈ ਵਧ ਰਹੀ ਹੈ। ਹੁਣ ਇਹਦਾ ਉਲਟਾ ਕਨਸੈਪਟ ਵੀ ਦੱਸਦਾ। ਦੇਖੋ, ਜੇ ਕਈ ਵਾਰੀ ਮਾਰਕੀਟ ਵਿੱਚ ਹੁੰਦਾ ਕੀ ਹੈ, ਤੁਹਾਡੀ ਮੰਗ ਗਿਰ ਰਹੀ ਹੈ, ਲੋਕੀ ਸਮਾਨ ਨਹੀਂ ਖਰੀਦ ਰਹੇ, ਪਰ ਤੁਹਾਡੀ ਫੈਕਟਰੀਆਂ ਸਮਾਨ ਬਣਾਈ ਜਾ ਰਹੀਆਂ, ਫੇਰ ਕੀ ਹੁੰਦਾ, ਫੈਕਟਰੀਆਂ ਕੋਲੇ ਸਮਾਨ ਜ਼ਿਆਦਾ ਇਕੱਠਾ ਹੋਣ ਲੱਗ ਜਾਊਗਾ ਤੇ ਲੋਕੀ ਖਰੀਦ ਨਹੀਂ ਰਹੇ। ਫੇਰ ਫੈਕਟਰੀਆਂ ਨੂੰ ਕੀ ਕਰਨਾ ਪੈਂਦਾ, ਫਿਰ ਉਹਨਾਂ ਨੂੰ ਸੇਲ ਲਗਾਉਣੀ ਪੈਂਦੀ ਹੈ, ਸਸਤੇ ਵਿੱਚ ਸਮਾਨ ਵੇਚਣਾ ਪੈਂਦਾ ਹੈ ਕਿ ਬਸ ਸਾਡਾ ਸਮਾਨ ਨਿਕਲ ਜੇ। ਫੇਰ ਦਾਮ ਗਿਰਨ ਵੀ ਲੱਗ ਜਾਂਦੇ। ਜੇ ਲੋਕੀ ਮੰਗ ਨਹੀਂ ਕਰ ਰਹੇ, ਜੇ ਲੋਕੀ ਪੈਸਾ ਨਹੀਂ ਖਰਚ ਰਹੇ, ਤਾਂ ਲੋਕਾਂ ਨੂੰ ਪੈਸਾ ਖਰਚ ਕਰਵਾਉਣ ਲਈ ਸੇਲ ਲਗਾਉਣੀਆਂ ਪੈਂਦੀਆਂ, ਸਭ ਕੁਝ ਲਗਾਉਣਾ ਪੈਂਦਾ, ਕਿਉਂਕਿ ਜਿਹੜੇ ਪ੍ਰਾਈਸ ਤੇ ਉਹਨਾਂ ਨੇ ਸੋਚਿਆ ਸੀ ਕਿ ਇੰਨੇ ਲੋਕ ਤਾਂ ਖਰੀਦ ਹੀ ਲੈਣਗੇ, ਉਨੇ ਲੋਕ ਖਰੀਦਣ ਹੀ ਨਹੀਂ ਆਏ। ਲੈਟਸ ਸਪੋਜ਼ ਆ 3 ਲੋਕ ਪਹਿਲਾਂ ਆਏ ਨਹੀਂ, ਆ ਜਿਹੜੀ ਕੋਕ ਦੀ ਬੋਤਲ ਸੀ ਇਹ 10 ਰੁਪਏ ਦੀ ਸੀ, ਠੀਕ ਹੈ, ਕੋਈ ਵੀ ਨਹੀਂ ਆ ਰਿਹਾ ਇਹ ਕੋਕ ਦੀ ਬੋਤਲ ਖਰੀਦਣ। ਹੁਣ ਕਿਸੇ ਨੂੰ ਤਾਂ ਵੇਚਣੀ ਹੈ, ਇੱਕ ਬੋਤਲ ਆ, ਤੁਹਾਨੂੰ ਇੱਕ ਕਸਟਮਰ ਤਾਂ ਚਾਹੀਦਾ ਨਾ ਇਹਦੇ ਲਈ। ਤੁਸੀਂ ਇਸ ਬੋਤਲ ਦਾ ਪ੍ਰਾਈਸ ਥੋੜਾ ਜਿਹਾ ਘੱਟ ਕਰੋਗੇ, ਡਿਸਕਾਊਂਟ ਤੇ ਲਾਤੀ 8 ਰੁਪਏ ਦੀ, ਕੋਈ 8 ਰੁਪਏ ਜਿਹੜੇ ਬੰਦੇ ਕੋਲੇ ਹੋਣਗੇ ਉਹਨੂੰ ਹੋਊਗਾ ਚੱਲ ਮੈਂ ਲੈ ਲੈਣਾ, ਤਾਂ ਵਿਕ ਜੂਗੀ। ਇਦਾਂ ਫਿਰ ਦਾਮ ਗਿਰਦੇ ਵੀ ਆ। ਸਾਰੀ ਚੀਜ਼ ਘੁੰਮ ਫਿਰ ਕੇ ਇਸੇ ਚੀਜ਼ ਉੱਤੇ ਆਂਦੀ ਹੈ ਕਿ ਮੰਗ ਜ਼ਿਆਦਾ ਹੈ ਜਾਂ ਸਪਲਾਈ ਜ਼ਿਆਦਾ। ਜਿਹੜੀ ਚੀਜ਼ ਨੂੰ ਜੇ ਲੋਕੀ ਮੰਗ ਜ਼ਿਆਦਾ ਕਰਨਗੇ ਤਾਂ ਚੀਜ਼ਾਂ ਮਹਿੰਗੀਆਂ ਹੋਣਗੀਆਂ, ਜੇ ਤੁਹਾਡੀ ਸਪਲਾਈ ਜ਼ਿਆਦਾ ਤੇ ਮੰਗ ਨਹੀਂ ਹੈ, ਫਿਰ ਤੁਹਾਡੀ ਕੀਮਤਾਂ ਗਿਰ ਜਾਣਗੀਆਂ। ਇਹ ਸਾਰੀ ਚੀਜ਼ ਨੂੰ ਹਮੇਸ਼ਾ ਪੇਪਰ ਵਿੱਚ ਸੋਚ ਕੇ ਚੱਲੋਗੇ, ਆਪਣੇ ਆਪ ਸਾਰੇ ਆਨਸਰ ਆ ਜਾਣਗੇ, ਠੀਕ ਹੈ। ਹੁਣ ਇਹ ਤੋਂ ਅੱਗੇ ਵਧਣ ਲਈ ਕਿ ਮੰਗ ਕਿੱਦਾਂ ਕਿੱਦਾਂ ਕੰਮ ਕਰਦੀ ਹੈ, ਹੁਣ ਇੱਕ ਮੈਂ ਤੁਹਾਨੂੰ ਇੱਕ ਜਨਰਲ ਚੀਜ਼ ਦੱਸਣਾ ਚਾਹੁੰਦਾ ਤੇ ਇੱਕ ਥੋੜੇ ਤੋਂ ਚੀਜ਼ ਪੁੱਛਣਾ ਚਾਹੁੰਦਾ। ਮੈਨੂੰ ਕਮੈਂਟਸ ਵਿੱਚ ਹਰ ਜਗ੍ਹਾ ਦੱਸਿਓ ਵੀ ਤੁਸੀਂ ਤੁਹਾਡਾ ਕੀ ਸੋਚਣਾ, ਮਤਲਬ ਮੇਰੇ ਆਨਸਰ ਦੇਣ ਤੋਂ ਪਹਿਲਾਂ ਚਾਹੇ ਪੌਜ਼ ਕਰਕੇ ਦੱਸ ਦਿਓ ਜਿਵੇਂ ਤੁਸੀਂ ਦੱਸਣਾ ਚਾਹੋ। ਜੇ ਮੰਗ ਤੇ ਸਪਲਾਈ ਤੁਹਾਡੀ ਹੈਗੀ ਆ, ਅਲਟੀਮੇਟਲੀ ਆਪਣੀ ਜਿਹੜੀ ਆਰਥਿਕਤਾ ਹੈਗੀ, ਆਪਣੇ ਪੂਰੇ ਦੇਸ਼ ਦੀ ਆਰਥਿਕ ਸਥਿਤੀ ਹੈ, ਜੋ ਕੀ ਮਹਿੰਗਾਈ ਚੰਗੀ ਹੈ ਜਾਂ ਬੁਰੀ ਹੈ, ਠੀਕ ਹੈ। ਯਾਨੀ ਕਿ ਕੀ ਤੁਹਾਡੀ ਮੰਗ ਸਪਲਾਈ ਤੋਂ ਉੱਤੇ ਹੋਣੀ ਚਾਹੀਦੀ ਹੈ ਜਾਂ ਮੰਗ ਸਪਲਾਈ ਤੋਂ ਥੱਲੇ ਹੋਣੀ ਚਾਹੀਦੀ ਹੈ, ਕਿਹੜੀ ਚੀਜ਼ ਜ਼ਿਆਦਾ ਚੰਗੀ ਹੈ। ਹੁਣ ਥੋੜਾ ਜਿਹਾ ਵੇਟ ਕਰਨ ਤੋਂ ਬਾਅਦ ਹੁਣ ਮੈਂ ਤੁਹਾਨੂੰ ਆਨਸਰ ਦੇ ਦੇਣਾ। ਦੇਖੋ, ਆਪਣੇ ਲਈ ਚਾਹੇ ਮੰਗ ਜਦ ਤੁਹਾਡੀ ਮੰਗ ਜ਼ਿਆਦਾ ਹੁੰਦੀ ਹੈ ਤੇ ਸਪਲਾਈ ਘੱਟ ਹੁੰਦੀ ਹੈ, ਉਹ ਤੋਂ ਮੰਗ ਤੋਂ ਘੱਟ ਹੁੰਦੀ ਹੈ, ਤਾਂ ਚੀਜ਼ਾਂ ਜ਼ਰੂਰ ਮਹਿੰਗੀਆਂ ਹੋ ਰਹੀਆਂ। ਜਿਹਦੇ ਲਈ ਪਹਿਲਾਂ ਤੁਸੀਂ 10 ਰੁਪਏ ਖਰਚ ਲਏ ਸੀ, ਸ਼ਾਇਦ ਤੁਸੀਂ 15 ਰੁਪਏ ਖਰਚ ਰਹੇ ਹੋ। ਪਰ ਇਹ ਜਦੋਂ ਤੁਸੀਂ ਖਰਚਾ ਕਰ ਰਹੇ ਹੋ, ਕੀ ਇਹ ਤੁਹਾਡੇ ਦੇਸ਼ ਲਈ ਤੇ ਤੁਹਾਡੇ ਲਈ ਹਾਨੀਕਾਰਕ ਹੈ ਜਾਂ ਠੀਕ ਹੈ। ਦੇਖੋ, ਇੱਕ ਹੱਦ ਤੱਕ ਮਹਿੰਗਾਈ ਚੰਗੀ ਹੁੰਦੀ ਹੈ, ਕਿਸ ਹੱਦ ਤੱਕ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਦੱਸੂਗਾ। ਇੱਕ ਹੱਦ ਤੱਕ ਥੋੜੀ ਮਹਿੰਗਾਈ, ਜਿਹਨੂੰ ਆਪਾਂ ਕਹਿੰਦੇ ਥੋੜੀ ਜਿਹੀ ਮਹਿੰਗਾਈ ਹਰ ਸਮੇਂ ਹੋਣੀ ਚਾਹੀਦੀ ਹੈ। ਕਿਉਂ ਹੋਣੀ ਚਾਹੀਦੀ ਹੈ? ਦੇਖੋ, ਜੇ ਤੁਹਾਡੀ ਮਾਰਕੀਟ ਵਿੱਚ ਮੰਗ ਰਹੂਗੀ ਤਾਂ ਤੁਹਾਡੀ ਜਿਹੜੀਆਂ ਫੈਕਟਰੀਆਂ, ਜਿਹੜੀਆਂ ਕੰਪਨੀਆਂ, ਉਹਨਾਂ ਨੂੰ ਹਮੇਸ਼ਾ ਲੱਗਦਾ ਰਹੂਗਾ ਕਿ ਆਪਾਂ ਨੂੰ ਹੋਰ ਸਮਾਨ ਬਣਾਉਣ ਦੀ ਲੋੜ ਹੈ। ਜੇ ਇਹਨਾਂ ਨੂੰ ਇਹ ਲੱਗਦਾ ਰਹੂਗਾ ਕਿ ਆਪਾਂ ਨੂੰ ਹੋਰ ਸਮਾਨ ਬਣਾਉਣ ਦੀ ਲੋੜ ਹੈ, ਇਹ ਹੋਰ ਲੋਕਾਂ ਨੂੰ ਨੌਕਰੀ ਤੇ ਰੱਖਣਗੇ, ਹੋਰ ਪੈਸਾ ਇਨਵੈਸਟ ਕਰਨਗੇ, ਤਾਂ ਲੋਕਾਂ ਨੂੰ ਹੋਰ ਨੌਕਰੀਆਂ ਆਣਗੀਆਂ, ਆਪਣੇ ਦੇਸ਼ ਦੀ ਤਰੱਕੀ ਹੋਊਗੀ। ਜੇ ਇਹਨਾਂ ਨੂੰ ਦਿਖ ਰਿਹਾ ਕਿ ਸਾਡਾ ਸਮਾਨ ਵਿਕ ਰਿਹਾ, ਜੇ ਕੰਪਨੀ ਨੂੰ ਇਹ ਲੱਗੂਗਾ ਕਿ ਮੇਰਾ ਸਮਾਨ ਹੀ ਨਹੀਂ ਵਿਕ ਰਿਹਾ, ਉਹ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦੇਣਗੇ ਨੌਕਰੀ ਤੋਂ, ਠੀਕ ਹੈ। ਤਾਂ ਫਿਰ ਕੀ ਮਹਿੰਗਾਈ ਹਮੇਸ਼ਾ ਹੀ ਚੰਗੀ ਹੈ? ਨਹੀਂ। ਦੇਖੋ, ਆਪਾਂ ਜਦ ਵੀ ਮਹਿੰਗਾਈ ਦੀ ਦਰ ਮੇਜਰ ਕਰਦੇ ਨੇ, ਜਿਹੜਾ ਆਪਾਂ ਕਹਿੰਦੇ ਸਿੰਗਲ ਡਿਜਿਟ ਵਿੱਚ, ਇੱਕ ਡਿਜਿਟ ਵਿੱਚ, ਜਿਹੜੀ ਆਹ ਜਿਵੇਂ 6% ਮੈਂ ਤੁਹਾਨੂੰ ਰੈਫਰ ਕੀਤਾ, ਇਹ ਠੀਕ ਹੈ, ਹਜੇ ਵੀ ਜ਼ਿਆਦਾ ਪਰ ਇਹ ਠੀਕ ਹੈ। ਮਤਲਬ ਜਿਹੜੀ ਆ ਤੁਹਾਡੀ 2% ਤੋਂ ਲੈ ਕੇ 6%
ਵਿੱਚ ਜੇ ਥੋੜੀ ਮਹਿੰਗਾਈ ਫਿਰ ਰਹੀ ਹੈ ਸਾਲ ਦੀ ਹੈ ਪਰ 9% ਤੱਕ ਵੀ ਠੀਕ ਹੈ। ਪਰ ਜੇ ਡਬਲ ਡਿਜਿਟ ਐਂਟਰ ਕਰ ਜੇ 10 11 ਇਹ ਸਾਰੇ ਡਿਜਿਟਸ ਵਿੱਚ ਜਾਣ ਲੱਗ ਜੇ ਯਾਨੀ ਕਿ ਮਹਿੰਗਾਈ ਕੰਟਰੋਲ ਤੋਂ ਬਾਹਰ ਹੋਣੀ ਸ਼ੁਰੂ ਹੋ ਗਈ ਹੈ। ਤੇ ਜੇ 3 ਡਿਜਿਟ ਵਿੱਚ ਪਹੁੰਚ ਜੇ 111% ਇਦਾਂ ਦੀ ਚੀਜ਼, ਇਹਦਾ ਮਤਲਬ ਹੈ ਥੋੜੀ ਆਰਥਿਕਤਾ ਹੀ ਬਰਬਾਦ ਹੋ ਗਈ। ਕਿੱਦਾਂ? ਹੁਣ ਦੇਖੋ ਆਰਥਿਕਤਾ ਕੰਮ ਕਿੱਦਾਂ ਕਰਦੀ ਹੈ ਉਸ ਚੀਜ਼ ਨਾਲ ਸਮਝਾਣਾ। ਜੇ ਇਹ ਚੀਜ਼ ਨੂੰ ਮੈਂ ਪਹਿਲਾਂ ਸਮਝਾਦਾ ਤੁਹਾਡੇ ਨੋਟ ਦੇ ਕੇ ਐਗਜ਼ਾਮਪਲ ਨਾਲ। ਹੁਣ ਦੇਖੋ ਆ ਜਿਹੜਾ 10 ਰੁਪਏ ਦਾ ਨੋਟ ਹੈ, ਇਹ ਨੋਟ ਤੁਹਾਡਾ 2010 ਵਿੱਚ ਵੀ ਲੈਟਸ ਸਪੋਜ਼ ਚਲੋ ਡਿਜ਼ਾਈਨ ਬਦਲ ਗਿਆ ਪਰ 2010 ਵਿੱਚ ਵੀ ਨੋਟ ਆਂਦਾ ਸੀ 10 ਰੁਪਏ ਦਾ, ਠੀਕ ਹੈ। ਤੇ ਆਪਾਂ ਰਾਉਂਡ ਫਿਗਰ ਲਗਾ ਕੇ ਚੱਲਦੇ ਹਾਂ ਨਾ ਕੋਵਿਡ ਦੇ ਟਾਈਮ ਤੇ 2020 ਵਿੱਚ ਵੀ ਤੁਹਾਡਾ 10 ਦਾ ਨੋਟ ਨਵਾਂ ਡਿਜ਼ਾਈਨ ਆ ਚੁੱਕਿਆ ਸੀ ਉਸ ਤੋਂ ਪਹਿਲਾਂ ਹੀ। ਤਾਂ 2010 ਤੇ ਤੁਹਾਡੇ 20 ਦੋਨੋਂ ਟਾਈਮ 10 ਰੁਪਏ ਦੇ ਨੋਟ ਤਾਂ ਰਹੇ ਹੀ ਰਹੇ ਆ। ਹੁਣ ਜੇ ਮੈਂ ਤੁਹਾਨੂੰ 2010 ਵਿੱਚ ਤੁਸੀਂ ਤੇ ਮੈਂ ਆਪਾਂ ਦੋਨੋਂ ਮਿਲਦੇ ਤੇ ਮੈਂ ਤੁਹਾਨੂੰ 10 ਰੁਪਏ ਦਿੰਦਾ ਕਿ ਆ ਲਓ ਮਾਰਕੀਟ ਜੋ ਜਾ ਕੇ ਖਰੀਦਣਾ ਖਰੀਦ ਲਓ। ਇੱਕ ਗੱਲ ਦੱਸੋ, ਜੋ 2010 ਵਿੱਚ ਤੁਸੀਂ 10 ਰੁਪਏ ਦਾ ਖਰੀਦ ਪਾਉਂਦੇ, ਕਿ 2020 ਵਿੱਚ ਵੀ 10 ਰੁਪਏ ਦਾ ਉਨਾ ਹੀ ਸਮਾਨ ਆ ਜਾਂਦਾ ਹੈ? ਉਦੋਂ ਜ਼ਿਆਦਾ ਆਉਂਦਾ ਹੈ, ਉਦੋਂ ਘੱਟ ਆਉਂਦਾ। ਤਾਂ ਤੁਸੀਂ ਇੱਕ ਚੀਜ਼ ਨੋਟਿਸ ਕਰੋਗੇ ਕਿ ਲੌਂਗ ਟਰਮ ਵਿੱਚ 2010 ਵਿੱਚ ਲੈਟਸ ਸਪੋਜ਼ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਤੁਹਾਨੂੰ ਕੋਕ ਦੀ ਐਗਜ਼ਾਮਪਲ ਦਿੰਦਾ। ਕੋਕ ਦੀ ਬੋਤਲ ਦੀ ਐਗਜ਼ਾਮਪਲ ਦੇਣਾ। ਦੇਖੋ ਕੋਕ ਦੀ ਬੋਤਲ ਨਾ 2010 ਵਿੱਚ ਕੋਕ ਦੀ ਬੋਤਲ ਦੀ ਕੀਮਤ ਜਿਹੜੀ ਆਪਣੀ 600 ml ਆਂਦੀ ਹੈ ਬੋਤਲ, ਇਹਦਾ ਦੱਸ ਰਹੇ ਹਾਂ। 2010 ਵਿੱਚ ਇਸ ਬੋਤਲ ਦੀ ਕੀਮਤ ਤੁਹਾਡੀ 15 ਰੁਪਏ ਸੀ। 2020 ਵਿੱਚ ਮੇਰੇ ਖਿਆਲ ਨਾਲ ਹੁਣ ਤਾਂ ਹੋਰ ਵੀ ਜ਼ਿਆਦਾ ਵੱਧ ਗਈ, ਮੇਰੇ ਖਿਆਲ 35 ਰੁਪਏ ਦੀ ਹੋ ਗਈ ਸੀ। ਤੇ ਆਹ ਸਮਾਨ ਮਿਲ ਰਿਹਾ, ਉਹ ਸੇਮ ਕੁਆਂਟੀਟੀ ਸੇਮ ਹੈ, ਬੋਤਲ ਉੱਡੀ ਹੈ, ਪਰ ਮੈਂ 2010 ਵਿੱਚ ਮਾਰਕੀਟ ਵਿੱਚ 15 ਰੁਪਏ ਲੈ ਕੇ ਜਾਂਦਾ ਤੇ ਮੈਂ ਇੱਕ ਬੋਤਲ ਲੈ ਆਂਦਾ ਸੇਮ ਕੁਆਂਟੀਟੀ। 2020 ਵਿੱਚ ਮੈਨੂੰ ਉਹੀ ਬੋਤਲ ਖਰੀਦਣ ਲਈ 35 ਰੁਪਏ ਖਰਚਣੇ ਪੈ ਰਹੇ ਆ, 20 ਰੁਪਏ ਉੱਤੇ ਜ਼ਿਆਦਾ ਖਰਚਣੇ ਪੈ ਰਹੇ। ਯਾਨੀ ਕਿ ਉਸ ਟਾਈਮ ਮੈਂ ਸਿਰਫ 10 ਦਾ ਨੋਟ ਤੇ ਇਹਦੇ ਨਾਲ ਇੱਕ 5 ਦਾ ਸਿੱਕਾ ਲੈ ਜਾਂਦਾ, ਮੈਂ ਸਮਾਨ ਲੈ ਆਂਦਾ 2010 ਚ। ਪਰ ਹੁਣ ਮੈਨੂੰ ਆਹ ਜਿਹੜੇ ਨੋਟ ਹੀ ਆ ਇਹ 3 ਲੈ ਕੇ ਜਾਣੇ ਪੈਣੇ ਆ ਤੇ ਉਹਦੇ ਨਾਲ ਫਿਰ 5 ਰੁਪਏ ਹੋਰ ਲੈ ਕੇ ਜਾਣੇ ਪੈਣੇ, ਫੇਰ ਜਾ ਕੇ ਮੈਨੂੰ ਹੁਣ ਕੋਕ ਦੀ ਬੋਤਲ ਮਿਲਣੀ। ਤਾਂ ਕਹਿਣ ਨੂੰ ਸੇਮ ਨੋਟ ਹੈ, ਪੁਰਾਣੇ ਨੋਟ ਵੀ ਤਾਂ ਆਪਣੇ ਕਈ ਚੱਲ ਹੀ ਰਹੇ ਆ, 100 ਵਾਲੇ ਪੁਰਾਣੇ ਚੱਲਦੇ, ਸਭ ਚੱਲਦੇ। ਉਹਨਾਂ ਦੇਖੋਗੇ 2005 ਵਿੱਚ ਵੀ ਬਣੇ ਹੋਏ ਆ ਨੋਟ, ਉਦੋਂ ਪਹਿਲਾਂ ਬਣੇ ਹੋਏ, ਉਹ ਵੀ ਅੱਜ ਹਜੇ ਵੀ ਚੱਲਦੇ ਆ। ਪਰ ਉਹ ਨੋਟ ਤੁਹਾਨੂੰ ਸੇਮ ਚੀਜ਼ ਨਹੀਂ ਖਰੀਦ ਕੇ ਦੇ ਪਾ ਰਹੇ। ਇਸ ਚੀਜ਼ ਨੂੰ ਕਹਿੰਦੇ ਆ ਕਿ ਦੇਖੋ ਨਾਮਾਤਰ ਮੁੱਲ ਦਾ ਕੀ ਮਤਲਬ ਹੁੰਦਾ, ਜਿਹੜਾ ਤੁਹਾਡੀ ਨੋਟ ਦੇ ਉੱਤੇ ਵੈਲਿਊ ਲਿਖੀ ਹੋਈ ਹੈ 10 ਰੁਪਏ, ਇਹਨੂੰ ਕਹਿੰਦੇ ਆਪਾਂ ਨਾਮਾਤਰ, ਸਿਰਫ ਨਾਮ ਦੀ ਚੀਜ਼ ਹੈ। ਇਹ 10 ਰੁਪਏ ਕਹਿਣ ਨੂੰ ਹੀ 10 ਰੁਪਏ ਹੈ, ਪਰ ਲੌਂਗ ਟਰਮ ਵਿੱਚ ਕਿਉਂਕਿ ਇਹਦੀ ਵੈਲਿਊ ਉੜਦੀ ਜਾਂਦੀ ਹੈ, ਅਸਲੀ ਮੁੱਲ ਇਹਦਾ ਉਹ ਤੋਂ ਕਈ ਗੁਣਾ ਘੱਟ ਹੈ। ਦੇਖੋ ਅਸਲੀ ਮੁੱਲ ਦਾ ਕੀ ਮਤਲਬ ਹੈ, 2010 ਵਿੱਚ ਜੋ 15 ਰੁਪਏ ਦੀ ਕੀਮਤ ਸੀ ਨਾ, ਅੱਜ ਉਹ 35 ਰੁਪਏ ਦੀ ਕੀਮਤ ਹੈ। ਇਸ ਐਗਜ਼ਾਮਪਲ ਨਾਲ ਇਹਦਾ ਕੀ ਮਤਲਬ ਹੈ ਕਿ 2010 ਵਿੱਚ ਜਿਹੜਾ ਬੰਦਾ ਲੈਟਸ ਸਪੋਜ਼ ਸੈਲਰੀ ਵਿੱਚ ਲਗਾ ਲੈਣਾ, ਜਿਹੜਾ ਬੰਦਾ 15 ਰੁਪਏ ਕਮਾ ਰਿਹਾ ਸੀ ਤੇ ਅੱਜ ਜਿਹੜਾ ਬੰਦਾ 35 ਰੁਪਏ ਕਮਾ ਰਿਹਾ, ਉਹ ਸੇਮ ਕਮਾ ਰਹੇ ਆ, ਕੋਈ ਫਰਕ ਨਹੀਂ ਹੈ। ਉਸ ਜ਼ਮਾਨੇ ਵਿੱਚ ਜਿੱਦਾਂ ਦਾ ਜੀ ਰਿਹਾ ਸੀ, ਅੱਜ ਦੇ ਜ਼ਮਾਨੇ 'ਚ 35 ਰੁਪਏ ਵਾਲਾ ਉਦਾਂ ਜੀ ਰਿਹਾ ਹੋਊਗਾ, ਠੀਕ ਹੈ। ਮਤਲਬ ਹੁਣ ਤਾਂ ਹੋਰ ਮਹਿੰਗੇ ਹੋ ਗਏ, 37 40 ਕਿਤੇ ਪਹੁੰਚ ਗਿਆ ਹੋਊਗਾ, ਪਰ ਉਹੀ ਗੱਲ ਹੈ ਕਿ ਲਗਾਤਾਰ ਇਹੀ ਮਹਿੰਗਾਈ ਹੈ। ਜਿਵੇਂ ਤੁਸੀਂ ਕਈ ਵਾਰੀ ਆਪਣੇ ਪੇਰੈਂਟਸ ਜਾਂ ਕਿਸੇ ਨੂੰ ਕਹਿੰਦੇ ਹੋਏ ਸੁਣਿਆ ਹੋਊਗਾ ਕਿ ਜਦੋਂ ਤੁਸੀਂ ਮੂਵੀ ਦੇਖ ਆਉਂਦੇ ਸੀ, ਠੀਕ ਹੈ, ਤੁਹਾਡੇ ਪੇਰੈਂਟਸ ਨੂੰ ਕਹਿੰਦੇ ਇਸ ਤੋਂ 2 ਰੁਪਏ 'ਚ ਵੀ ਮੂਵੀ ਦੇਖਿਆ ਜਾਂਦੇ ਸੀ, ਤੁਸੀਂ 200 ਵਿੱਚ ਵੀ ਨਹੀਂ ਦੇਖਦੇ, ਠੀਕ ਹੈ, ਥੋੜੀ 200 ਦੀਆਂ ਹੋਈਆਂ ਪਈਆਂ। ਹੋਇਆ ਕੀ ਆ, ਉਸ ਜ਼ਮਾਨੇ ਤਨਖਾਹਾਂ ਪੁੱਛਿਓ, ਲੋਕਾਂ ਦੀਆਂ 100 500 1000 ਰੁਪਏ ਇਹ ਤਾਂ ਤਨਖਾਹਾਂ ਸੀ, ਠੀਕ ਹੈ। ਪਰ ਹੁਣ ਤਨਖਾਹਾਂ ਵੀ ਵਧੀਆਂ ਤਾਂ ਓਬਵੀਅਸਲੀ ਹਰ ਬੰਦੇ ਕੋਲ 2 ਰੁਪਏ ਹੈਗੇ, ਫਿਰ ਤਾਂ ਮੂਵੀ ਦੀਆਂ ਟਿਕਟਾਂ ਹੀ ਮਿਲ, ਹਰ ਬੰਦਾ ਹੀ ਉੱਥੇ ਪਹੁੰਚਿਆ ਹੋਵੇ, ਠੀਕ ਹੈ। ਜਦੋਂ ਹਰ ਚੀਜ਼ ਮਹਿੰਗੀ ਹੋਈ ਤਾਂ ਫਿਰ ਇਹ ਵੀ ਮਹਿੰਗਾ ਹੋਇਆ। ਕਹਿਣ ਨੂੰ ਅੱਜ ਵੀ 2 ਰੁਪਏ ਮਾਰਕੀਟ 'ਚ ਆਉਂਦੇ ਆ ਤੇ 200 ਰੁਪਏ ਵੀ ਉਸ ਟਾਈਮ ਵੀ ਸੀਗੇ, ਜੋੜ ਕੇ ਨੋਟ 200 ਪਹਿਲਾਂ ਵੀ ਸੀਗੇ, ਪਰ ਗੱਲ ਕੀ ਸੀ, ਉਦੋਂ ਲੋਕਾਂ ਕੋਲ ਪੈਸਾ ਹੀ ਨਹੀਂ ਸੀ ਇੰਨਾ। ਹੁਣ ਪੈਸਾ ਵਧਿਆ, ਜਿਵੇਂ ਜਿਵੇਂ ਤਨਖਾਹਾਂ ਵਧੀਆਂ ਪੈਸਾ ਵਧਿਆ, ਪੈਸਾ ਵਧਿਆ ਤਾਂ ਮਹਿੰਗਾਈ ਵਧੀ।
ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਕਿ ਲੌਂਗ ਟਰਮ 'ਚ ਇਸ ਤਰੀਕੇ ਨਾਲ ਤੁਹਾਡੀ ਸਾਰੀ ਗੱਲ ਪੈਸੇ ਤੇ ਮੁੱਕ ਜਾਂਦੀ ਹੈ। ਪਰ ਇੱਕ ਨਾਮ ਮਾਤਰ ਮੁੱਲ ਹੈ, ਇੱਕ ਅਸਲੀ ਮੁੱਲ ਹੈ। ਉਹ ਨੋਟ ਤੁਹਾਨੂੰ ਮਾਰਕੀਟ ਵਿੱਚ ਦਵਾ ਕੀ ਸਕਦਾ ਹੈ। ਅੱਜ ਦੇ ਟਾਈਮ ਵਿੱਚ 10 ਰੁਪਏ ਤੁਹਾਨੂੰ ਉਹ ਚੀਜ਼ ਨਹੀਂ ਦਵਾ ਸਕਦੇ ਜੋ ਅੱਜ ਤੋਂ 10 ਸਾਲ ਪਹਿਲਾਂ ਦਵਾ ਸਕਦੇ ਸੀ। ਆਪਣੇ ਆਪ ਹੀ ਬਹੁਤ ਵੱਡਾ ਫਰਕ ਆ ਗਿਆ। ਠੀਕ ਹੈ, ਇਸ ਚੀਜ਼ ਨੂੰ ਇਸ ਤਰੀਕੇ ਨਾਲ ਸਮਝੋ, ਇਹੀ ਸਾਰਾ ਕੰਸੈਪਟ ਹੈ। ਤਾਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀ ਮਹਿੰਗਾਈ ਕਿੰਨੀ ਠੀਕ ਹੈ। ਦੇਖੋ ਮਹਿੰਗਾਈ ਦਾ ਅਲਟੀਮੇਟਲੀ ਮਤਲਬ ਆ ਜਿਹੜੀ ਪਰਸੈਂਟੇਜ ਕਰ ਰਹੇ ਆ, ਇਹਦਾ ਮਤਲਬ ਇਹੀ ਹੈ ਕਿ ਆ ਜਿਹੜੀ 10 ਰੁਪਏ ਦਾ ਜਿਵੇਂ ਨੋਟ ਹੈ, ਇਹਦੀ ਵੈਲਿਊ ਕਿੰਨੀ ਛੇਤੀ ਉੱਡ ਰਹੀ ਹੈ। ਜਦੋਂ ਆਹ ਸਿੰਗਲ ਡਿਜਿਟ ਵਿੱਚ ਹੁੰਦਾ ਹੈ, ਇਹਦਾ ਮਤਲਬ ਹੈ ਕਿ ਹੌਲੀ ਹੌਲੀ ਵੈਲਿਊ ਘਟਦੀ ਜਾ ਰਹੀ ਹੈ। ਪਰ ਜੇ ਤੁਹਾਡੇ ਡਬਲ ਡਿਜਿਟ 15% 20% ਇਦਾਂ ਇਨਫਲੇਸ਼ਨ ਵਧਣ ਲੱਗ ਜੇ, ਇਹਦਾ ਮਤਲਬ ਹੈ ਕਿ ਲੈਟਸ ਸਪੋਜ਼ ਅੱਜ ਤੁਸੀਂ ਬ੍ਰੈਡ ਖਰੀਦਣ ਗਏ ਹੋ, ਬ੍ਰੈਡ ਵਾਲਾ ਤੁਹਾਨੂੰ ਬੰਦਾ ਕਹਿੰਦਾ ਤੁਸੀਂ ਗਏ ਉਹਦੇ ਕੋਲੇ ਕਿ ਬ੍ਰੈਡ ਕਿੰਨੇ ਦੀ ਹੈ, ਤਾਂ ਉਹ ਕਹੂਗਾ ਚਲੋ 20 ਰੁਪਏ ਦੀ। ਉਹ ਤਾਂ ਹੈ ਨਹੀਂ, ਪਰ ਚਲੋ ਰਾਊਂਡ ਫਿਗਰ ਦੀ ਆਪਾਂ ਕਰਾਂਗੇ ਕਿ 20 ਰੁਪਏ ਦੀ ਬ੍ਰੈਡ ਹੈ, ਤੁਸੀਂ ਅੱਜ ਲੈ ਆਏ। ਹਫਤੇ ਬਾਅਦ ਗਏ ਹੋ, ਉਹ ਬੰਦਾ ਕਵੇ 22 ਰੁਪਏ ਦੀ ਹੋ ਗਈ ਹੈ, ਤੁਸੀਂ ਕਹੋ ਅੱਛਾ ਬੜੀ ਛੇਤੀ, ਉਹ ਕਵੇ ਤੁਹਾਨੂੰ 30 ਦੀ ਹੋ ਗਈ ਹੈ। ਤੁਹਾਨੂੰ ਲੱਗੂਗਾ ਕਿ ਬਹੁਤ ਛੇਤੀ ਰੇਟ ਵੱਧ ਰਿਹਾ। ਕਿਉਂ? ਕਿਉਂਕਿ ਉਹ ਡਬਲ ਡਿਜਿਟ ਵਿੱਚ ਪਹੁੰਚ ਗਈ ਹੈ। ਤੇ ਜੇ ਟ੍ਰਿਪਲ ਡਿਜਿਟ ਚ ਪਹੁੰਚ ਜੇ, ਕਈ ਦੇਸ਼ਾਂ ਦੀ ਵੀ ਇਹਨਾਂ ਨੂੰ ਕਹਿੰਦੇ ਕਿ ਕਰੰਸੀ ਉਹਨਾਂ ਦੀ ਬੇਕਾਰ ਹੋ ਜਾਂਦੀ ਹੈ। ਕਿਉਂ? ਕਿਉਂਕਿ ਫਿਰ ਬੰਦੇ ਨੂੰ ਲੱਗਦਾ ਮੈਂ ਸੇਵ ਬਚਾਵਾਂ ਕੀ, ਖਰਚਾਂ ਕੀ। ਕਿਉਂ? ਕਿਉਂਕਿ ਇਦਾਂ ਦੇ ਹਾਲਾਤ ਹੋ ਜਾਂਦੇ ਕਈ ਦੇਸ਼ਾਂ ਵਿੱਚ, ਜਿੱਥੇ ਅੱਜ ਤੁਸੀਂ ਬ੍ਰੈਡ ਖਰੀਦਣ ਗਏ, ਉਹਨੇ ਕਿਹਾ 20 ਰੁਪਏ ਦੇ ਹੈ। ਹਫਤੇ ਬਾਅਦ ਬ੍ਰੈਡ ਖਰੀਦਣ ਗਏ ਹੋ, ਉਹ ਬੰਦਾ ਕਹੂਗਾ 200 ਰੁਪਏ। ਇੱਕ ਵਾਰ ਤਾਂ ਤੁਹਾਨੂੰ ਵੀ ਲੱਗੂ ਬਹੁਤ ਜ਼ਿਆਦਾ ਕੀਮਤ ਵੱਧ ਗਈ, ਪਰ ਹੁਣ ਲੈ ਕੇ ਤਾਂ ਜਾਣੀ ਹੈ। ਲੈ ਕੇ ਗਏ, ਅਗਲੇ ਹਫਤੇ ਫੇਰ ਹੈ, ਉਹ ਕਹੂਗਾ 2000 ਰੁਪਏ। ਸੋ ਕਹੋਗੇ ਇੰਨੀ ਜ਼ਿਆਦਾ ਕੀਮਤਾਂ, ਤਾਂ ਬੰਦਾ ਹੁਣ ਕਮਾਊਗਾ ਕੀ, ਖਰਚੂਗਾ ਕੀ। ਇਦਾਂ ਦੇ ਦੇਸ਼ 'ਚ ਲੋਕਾਂ ਦਾ ਕਰੰਸੀ ਤੋਂ ਵਿਸ਼ਵਾਸ ਹੀ ਉੱਠਣਾ ਸ਼ੁਰੂ ਹੋ ਜਾਂਦਾ। ਦੇਖੋ ਸਾਰੀ ਦੁਨੀਆ ਵਿੱਚ ਜਿੰਨੇ ਵੀ ਨੋਟ ਚੱਲ ਰਹੇ ਆ, ਉਹ ਸਿਰਫ ਆਹ ਇੱਕ ਜਿਹੜੇ ਪ੍ਰੋਮਿਸ ਲਿਖੇ ਹੋਏ ਨਾ, ਇਹਦੇ ਉੱਤੇ ਚੱਲ ਰਹੇ ਆ ਕਿ ਸਰਕਾਰ, ਗਵਰਨਮੈਂਟ ਆਫ ਇੰਡੀਆ, ਸੈਂਟਰਲ ਬੈਂਕ ਜਿਹੜਾ ਹੈਗਾ ਸਰਕਾਰ ਦਾ, ਉਹ ਇੱਕ ਤਰੀਕੇ ਦਾ ਆਪਾਂ ਨੂੰ ਪ੍ਰੋਮਿਸ, ਵਾਅਦਾ ਕਰ ਰਹੀ ਹੈ ਕਿ ਉਹ 10 ਰੁਪਏ ਦੀ ਕੀਮਤ ਤੁਹਾਨੂੰ ਮਾਰਕੀਟ ਵਿੱਚ ਦਵਾ ਦੂਗੀ। ਪਰ ਉਹ 10 ਰੁਪਏ ਲਗਾਤਾਰ ਬਦਲਦੇ ਰਹਿਣਗੇ ਕਿ ਤੁਹਾਨੂੰ 10 ਰੁਪਏ ਕੀ ਦਵਾ ਸਕਦੇ ਕਿ ਨਹੀਂ ਦਵਾ ਸਕਦੇ। ਬਹੁਤ ਸਾਰੀ ਦੇਸ਼, ਜਿਵੇਂ ਵਰਲਡ ਜਿਹੜੇ ਪਹਿਲਾ ਵਿਸ਼ਵ ਯੁੱਧ ਹੋਏ ਸੀ, ਵਰਲਡ ਵਾਰ 1 ਹੋਈ ਸੀ, ਉਹ ਤੋਂ ਬਾਅਦ ਜਰਮਨੀ ਬਰਬਾਦ ਹੋ ਗਿਆ ਸੀ। ਲੇਟੈਸਟ ਐਗਜ਼ਾਮਪਲਸ ਵਿੱਚੋਂ ਮੈਂ ਤੁਹਾਨੂੰ ਦੱਸਾਂ, ਜਿਵੇਂ ਆਪਣਾ ਸ਼੍ਰੀਲੰਕਾ ਬਰਬਾਦ ਹੋ ਗਿਆ, ਜ਼ਿੰਬਾਬਵੇ ਕੁਝ ਸਾਲ ਪਹਿਲਾਂ ਹੋਇਆ ਸੀ, ਵੈਨੇਜ਼ੁਏਲਾ ਕੁਝ ਸਾਲ ਪਹਿਲਾਂ ਹੋਇਆ ਸੀ। ਵੈਨੇਜ਼ੁਏਲਾ 'ਚ ਕੋਈ ਕਰੰਸੀ ਨਹੀਂ ਹੈ, ਖਤਮ ਹੋ ਚੁੱਕਿਆ ਉਹ ਦੇਸ਼। ਸ਼੍ਰੀਲੰਕਾ ਬਹੁਤ ਵੱਡੇ ਕ੍ਰਾਈਸਿਸ, ਉੱਥੇ ਵੀ ਇੰਨੀ ਮਹਿੰਗਾਈ ਵੱਧ ਗਈ, ਨੋਟ ਲੋਕਾਂ ਨੂੰ ਹੁਣ ਹੈ ਹੀ ਨਹੀਂ। ਫਿਰ ਹੁੰਦਾ ਕੀ ਹੈ, ਫਿਰ ਜ਼ਿਆਦਾਤਰ ਇਹ ਜਿਹੜੀ ਕੰਟਰੀਜ਼ ਹੈ ਡਾਲਰ 'ਚ ਸ਼ਿਫਟ ਕਰ ਜਾਂਦੀ ਹੈ। ਠੀਕ ਹੈ ਕਿ ਅਸੀਂ ਕਰੰਸੀ ਨਹੀਂ ਚਲਾ ਪਾਏ, ਡਾਲਰ ਤੇ ਸ਼ਿਫਟ, ਲੋਕਾਂ ਦਾ ਭਰੋਸਾ ਫਿਰ ਡਾਲਰ ਤੇ ਜਾਣ ਲੱਗ ਜਾਂਦਾ ਇਸ ਤਰੀਕੇ ਨਾਲ। ਹੁਣ ਦੇਖੋ ਮਹਿੰਗਾਈ ਤੁਹਾਡੀ ਦੋ ਤਰੀਕੇ ਨਾਲ ਹੋ ਸਕਦੀ ਹੈ। ਇੱਕ ਤਾਂ ਹੈਗਾ ਮੰਗ ਪਿੱਛੇ ਮਹਿੰਗਾਈ, ਜਦੋਂ ਲੋਕ ਮੰਗ ਜ਼ਿਆਦਾ ਕਰਨਗੇ, ਮਤਲਬ ਇਹ ਗ੍ਰਾਫ ਬਣ ਜਾਂਦੇ, ਉਹੀ ਚੀਜ਼ ਹੈ ਜਦੋਂ ਲੋਕੀ ਬਣੇ ਵੱਲ ਖਿੱਚ ਲੈਂਦੇ ਆ। ਠੀਕ ਹੈ, ਮੰਗ ਖਿੱਚ ਮਹਿੰਗਾਈ। ਮੰਗ ਜ਼ਿਆਦਾ ਕਰੋਗੇ, ਜੇ ਲੋਕੀ ਡਿਮਾਂਡ ਜ਼ਿਆਦਾ ਕਰਨਗੇ, ਪ੍ਰਾਈਸਿਸ ਹਮੇਸ਼ਾ ਉੱਤੇ ਨੂੰ ਆਣਗੇ। ਲੋਕਾਂ ਨੇ ਖਿੱਚੇ ਆ ਪ੍ਰਾਈਸਿਸ, ਕਿਉਂਕਿ ਲੋਕਾਂ ਨੇ ਮੰਗ ਜ਼ਿਆਦਾ ਮਾਰਕੀਟ 'ਚ ਕੀਤੀ, ਇੰਨਾ ਮਾਰਕੀਟ ਸਮਾਨ ਬਣ ਨਹੀਂ ਰਿਹਾ ਸੀ, ਤੇ ਚੀਜ਼ਾਂ ਆਪਣੇ ਮਹਿੰਗੀਆਂ ਹੋ ਗਈਆਂ। ਦੂਜਾ ਜਿਹੜਾ ਹੈਗਾ ਲਾਗਤ ਪੁਸ਼ ਮਹਿੰਗਾਈ। ਲਾਗਤ ਦਾ ਮਤਲਬ ਹੈ ਜਿਹੜੀ ਆਪਣੀ ਸਪਲਾਈ ਹੈ। ਜੇ ਤੁਹਾਡੀ ਸਪਲਾਈ ਵਿੱਚ ਕੋਈ ਵੀ ਪ੍ਰੋਬਲਮ ਆ ਗਈਆਂ, ਜਿਵੇਂ ਲੈਟਸ ਸਪੋਜ਼ ਤੁਹਾਡੀ ਜਿਹੜੀ ਲਾਗਤ ਹੈ, ਜਿਹੜੀ ਤੁਹਾਡੀ ਫੈਕਟਰੀ ਹੈ, ਉੱਥੇ ਕੋਈ ਵੀ ਚੀਜ਼ ਮਹਿੰਗੀ ਹੋ ਗਈ, ਜਿਵੇਂ ਰॉ ਮਟੀਰੀਅਲ ਜਿਹੜਾ ਪਿੱਛੋਂ ਖੇਤਾਂ ਤੋਂ ਸਮਾਨ ਆ ਰਿਹਾ ਉਹ ਮਹਿੰਗਾ ਹੋ ਗਿਆ, ਜਾਂ ਲੋਕਾਂ ਨੇ ਜਿਹੜੇ ਦਿਹਾੜੀ ਲਾ ਰਹੇ ਸੀ ਉਹਨਾਂ ਨੇ ਤਨਖਾਹਾਂ ਜ਼ਿਆਦਾ ਮੰਗੀਆਂ। ਜੇ ਤਨਖਾਹਾਂ ਵਧੀਆਂ, ਟੈਕਸ ਵਧੇ, ਜਾਂ ਪਿੱਛੋਂ ਜਿਹੜਾ ਮਟੀਰੀਅਲ ਆ ਰਿਹਾ ਸੀ ਉਹ ਮਹਿੰਗਾ ਹੋ ਗਿਆ, ਤਾਂ ਕੰਪਨੀ ਆਪਣੇ ਉੱਤੇ ਥੋੜੀ ਪ੍ਰੈਸ਼ਰ ਪਾਊਗੀ ਕਿ ਅਸੀਂ ਕਿੱਥੋਂ ਪੈਸਾ ਲਿਆਵਾਂਗੇ। ਉਹਨਾਂ ਨੇ ਸਾਰਾ ਕਸਟਮਰ ਵੱਲ ਮਹਿੰਗਾ ਕਰ ਦੇਣਾ। ਜੇ ਅੱਜ ਕੋਈ ਬਿਸਕਿਟ ਦਾ ਪੈਕੇਟ 15 ਰੁਪਏ ਦਾ ਬਣ ਰਿਹਾ ਸੀ, ਜੇ ਉਹਦੇ ਲਈ ਜਿਹੜਾ ਆਟਾ, ਰਾਗੀ ਜੋ ਵੀ ਉਹ ਪਾ ਰਹੇ, ਉਹ ਸਭ ਕੁਝ ਮਹਿੰਗਾ ਹੋ ਗਿਆ, ਕੰਪਨੀ ਆਪਣੇ ਪ੍ਰਾਈਸ ਵਧਾ ਕੇ 17 ਕਰ ਦੂਗੀ। ਉਹ ਕਸਟਮਰ ਵੱਲ ਸਿੱਟ ਦਿੰਦੇ ਆ ਸਾਰਾ ਪ੍ਰਾਈਸ। ਇਸ ਤਰੀਕੇ ਨਾਲ ਤੁਹਾਡੀ ਆਹ ਦੋ ਚੀਜ਼ਾਂ ਨਾਲ ਮਹਿੰਗਾਈ ਵੱਧਦੀ ਹੈ। ਜਾਂ ਤਾਂ ਲੋਕਾਂ ਕੋਲੇ ਪੈਸਾ ਵੱਧ ਗਿਆ, ਲੋਕੀ ਖਰਚਾ ਜ਼ਿਆਦਾ ਕਰ ਰਹੇ ਆ, ਜਾਂ ਤੁਹਾਡੀ ਜਿਹੜੀ ਕੰਪਨੀਆਂ ਹੈਗੀਆਂ ਉਹਨਾਂ ਦੀ ਲਾਗਤ ਵੱਧ ਗਈ ਹੈ, ਉਹਨਾਂ ਦੀ ਕਾਸਟ ਵੱਧ ਗਈ ਹੈ। ਠੀਕ ਹੈ, ਇਸ ਦੋ ਤਰੀਕੇ ਨਾਲ ਤੁਹਾਡੀ ਮਹਿੰਗਾਈ ਵੱਧਦੀ ਹੈ। ਹੁਣ ਦੇਖੋ ਇਹ ਮਹਿੰਗਾਈ ਦੇ ਕਾਰਨ ਆਪਾਂ ਜਿਹੜੀ ਆਪਣੀ ਜੀਡੀਪੀ ਦੇ ਚੀਜ਼ਾਂ ਆਪਾਂ ਪਿਛਲੇ ਲੈਕਚਰਸ ਵਿੱਚ ਪੜ੍ਹੀਆਂ ਸੀ, ਜੀਡੀਪੀ ਆਪਾਂ ਕਿੱਦਾਂ ਮੇਜਰ ਕਰਦੇ ਹਾਂ, ਮਤਲਬ ਉਹਦੇ ਜੀਡੀਪੀ, ਜੀਐਨਪੀ, ਉਹ ਸਭ ਕੁਝ, ਉਹ ਸਾਰੀ ਵੈਲਿਊਜ਼ ਨੂੰ ਹੁਣ ਆਪਾਂ ਦੋ ਤਰੀਕੇ ਨਾਲ
मेजर करते हैं, एक है नाम मात्र जीडीपी ਜਿਹਦੇ ਅੰਦਰ ਆਪਾਂ ਮਹਿੰਗਾਈ ਨਹੀਂ ਮੇਜਰ ਕਰਦੇ, ਬਸ ਸਿੱਧਾ ਕਿੰਨੇ ਦੇਖੋ ਜਦੋਂ ਆਪਾਂ ਜੀਡੀਪੀ ਬਾਰੇ ਪੜਿਆ ਸੀ, ਜੀਡੀਪੀ ਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਟੋਟਲ ਆਪਾਂ ਪੂਰੇ ਸੇ ਦਿੰਨੇ ਆ। ਹੁਣ ਹੈ ਕਿ ਜੀਡੀਪੀ ਕਿੰਨੀ ਪ੍ਰੋਡਕਸ਼ਨ ਕੀਤੀ ਹੈ, ਦੇਖੋ ਫਾਈਨਲੀ ਆਪਾਂ ਇੱਕ ਮੁੱਲ ਕੱਢ ਰਹੇ, ਇੱਕ ਵੈਲਿਊ ਕੱਢ ਰਹੇ। ਲੈਟਸ ਸਪੋਜ਼ ਆਪਾਂ ਵੈਲਿਊ ਕੱਢੀ 1000 ਰੁਪਏ, ਕਿ ਪੂਰੇ ਸਾਲ ਵਿੱਚ ਜੋ ਆਪਾਂ ਪ੍ਰੋਡਕਸ਼ਨ ਕੀਤੀ ਉਹ 1000 ਰੁਪਏ ਦੀ ਕੀਤੀ ਆ। ਲੈਟਸ ਸਪੋਜ਼ 2000 ਪੁਰਾਣੀ ਐਗਜ਼ਾਮਪਲ ਲੈ ਲੈਂਦੇ, 2010 ਵਿੱਚ ਲੈਟਸ ਸਪੋਜ਼ 1000 ਰੁਪਏ ਸੀ, ਤੇ 2011 ਦੀ ਤੁਸੀਂ ਜੀਡੀਪੀ ਕੱਢਣ ਲੱਗੇ ਹੋ, ਤੁਹਾਡੇ ਇੱਥੇ ਵੈਲਿਊ ਹੋਗੀ 1200। ਸਰਕਾਰ ਕਿੱਦਾਂ ਝੂਠ ਬੋਲਦੀਆਂ ਸਾਰੀਆਂ ਸਰਕਾਰਾਂ, ਇਸ ਬਾਰੇ ਤੁਹਾਨੂੰ ਦੱਸ ਰਹੇ ਕਿ ਆਪਣੀ ਇਕਨੋਮੀ ਵੱਧ ਰਹੀ ਹੈ, ਆਪਣੀ ਆਰਥਿਕਤਾ ਗਰੋ ਕਰਦੀ ਜਾ ਰਹੀ ਹੈ, ਭਾਰਤ ਹੋਰ ਵੱਡਾ ਹੁੰਦਾ ਜਾ ਰਿਹਾ, ਆਪਾਂ 5 ਟ੍ਰਿਲੀਅਨ ਦੀ ਇਕਨੋਮੀ ਬਣ ਜਾਵਾਂਗੇ। ਪਰ ਛੋਟੇ ਛੋਟੇ ਫਿਗਰਸ ਵਿੱਚ ਲਿਖਿਆ ਹੁੰਦਾ ਕਿ ਨਾਮ ਮਾਤਰ, ਇਹਨੂੰ ਇੰਗਲਿਸ਼ ਵਿੱਚ, ਇੰਗਲਿਸ਼ ਦੇ ਨਿਊਜ਼ਪੇਪਰ ਪੜ੍ਹਦੇ ਉੱਥੇ ਲਿਖਿਆ ਹੋਊਗਾ ਨੋਮੀਨਲ। ਇਹਦਾ ਕੀ ਮਤਲਬ ਹੋਊਗਾ ਕਿ ਆਪਾਂ ਸਿਰਫ ਵੈਲਿਊ ਦੇਖ ਰਹੇ ਹਾਂ। ਦੇਖੋ ਫੇਸ ਤੇ ਤੁਸੀਂ ਇਦਾਂ ਵੈਲਿਊ ਦੇਖੋਗੇ, ਲੈਟਸ ਸਪੋਜ਼ ਇੱਕ ਆਪਾਂ ਆਰਥਿਕਤਾ ਇਮੇਜਿਨ ਕਰਦੇ ਹਾਂ ਇੱਕ ਦੇਸ਼ ਦੀ, ਇੱਥੇ ਸਿਰਫ ਇੱਕ ਫੈਕਟਰੀ ਹੈ, ਆ ਇੱਕ ਫੈਕਟਰੀ ਹੈ, ਠੀਕ ਹੈ, ਇਸ ਫੈਕਟਰੀ 'ਚ ਤੁਹਾਡੇ ਬਿਸਕਿਟ ਬਣਦੇ ਆ, ਸਿਰਫ ਇੱਕ ਫੈਕਟਰੀ ਹੈ ਪੂਰੇ ਦੇਸ਼ ਵਿੱਚ ਤੇ ਇਸ ਵਿੱਚ ਸਿਰਫ ਬਿਸਕਿਟ ਬਣਦੇ ਆ। ਆ ਇਹਦੀ ਇਮੇਜਿਨ ਕਰ ਲੈਂਦੇ ਆ। ਇਹਨਾਂ ਨੇ 2010 ਵਿੱਚ ਤੁਹਾਡੇ 1000 ਰੁਪਏ ਦਾ ਬਿਜ਼ਨਸ ਕੀਤਾ, ਮਤਲਬ ਪੂਰੇ ਦੇਸ਼ ਦੀ ਜਿਹੜੀ ਆਰਥਿਕਤਾ ਸੀ ਉਹਨਾਂ ਨੇ 1000 ਰੁਪਏ ਦੀ ਆਰਥਿਕਤਾ ਕੀਤੀ, ਮਤਲਬ ਆਪਣੀ $1 ਟ੍ਰਿਲੀਅਨ ਦੀ ਇਕਨੋਮੀਜ਼ ਹੈ, ਪਰ ਸਿਰਫ ਸਿੰਪਲ ਐਗਜ਼ਾਮਪਲ ਲਈ 1000 ਰੁਪਏ। 2011 ਦੀ ਫਿਗਰ ਆਈ ਤੇ ਆਪਾਂ ਦੇਖ ਰਹੇ ਹਾਂ 1200 ਰੁਪਏ। ਦੇਖਣ ਨੂੰ ਲੱਗੂਗਾ ਕਿ ਵਾਹ ਆਪਣਾ ਦੇਸ਼ ਤਰੱਕੀ ਕਰ ਰਿਹਾ, ਲਗਾਤਾਰ ਆਪਣੀ ਜੀਡੀਪੀ ਵੱਧਦੀ ਜਾ ਰਹੀ ਹੈ। ਪਰ ਜੇ ਪਿੱਛੇ ਫਿਗਰ ਦੇਖਾਂਗੇ, ਦੇਖੋ 2010 ਵਿੱਚ ਲੈਟਸ ਸਪੋਜ਼ ਇਹਨਾਂ ਨੇ 10 ਪੈਕੇਟ ਬਿਸਕਿਟ ਦੇ ਬਣਾਏ ਸੀ, ਠੀਕ ਹੈ, ਚਲੋ 100 ਸੌਰੀ ਰਾਉਂਡ ਫਿਗਰ ਇਦਾਂ ਕਰ ਲਾਂਗੇ, ਇੰਨਾ ਪੈਕੇਟ ਮਹਿੰਗਾ ਨਹੀਂ ਕਰ ਸਕਦੇ। 100 ਪੈਕੇਟ ਇਹਨਾਂ ਨੇ ਬਣਾਏ ਸੀ ਬਿਸਕਿਟ ਦੇ, ਹਰ ਬਿਸਕਿਟ ਦਾ ਪੈਕੇਟ 10 ਰੁਪਏ ਦਾ ਵੇਚਿਆ ਸੀ, ਤਾਂ ਕਰਕੇ 1000 ਰੁਪਏ ਆ ਗਏ ਸੀ। ਹੋਇਆ ਕਿ 2011 ਚ ਪੈਕੇਟ ਇਹਨਾਂ ਦਾ ਆਪਾਂ ਨੂੰ ਦਿਖਣ ਨੂੰ ਲੱਗ ਰਿਹਾ ਕਿ ਜਿਵੇਂ ਆਪਾਂ ਕਮਾਈ ਜ਼ਿਆਦਾ ਕੀਤੀ ਹੈ, ਪਰ ਉਹ 2 ਰੁਪਏ ਕੀ ਆ, ਮਹਿੰਗਾਈ ਵਧੀ ਹੋਈ ਹੈ। ਤਾਂ ਜੇ ਮੈਂ ਹਰ ਸਾਲ ਬਸ ਜੀਡੀਪੀ ਨੂੰ ਇਦਾਂ ਹੀ ਲੈ ਲਾਂ, 1000 ਰੁਪਏ ਤੋਂ 1200 ਰੁਪਏ, ਮੈਨੂੰ ਲੱਗੂਗਾ ਕਿ ਵਾਹ ਜੀਡੀਪੀ ਗਰੋ ਕਰ ਰਹੀ ਹੈ। ਪਰ ਅਸਲੀ ਕੀਮਤ ਦੇਖੋਗੇ, ਪ੍ਰੋਡਕਸ਼ਨ ਤਾਂ ਸੇਮ ਹੀ ਰਹੀ ਨਾ। ਇਸ ਲਈ ਜੀਡੀਪੀ ਦੀਆਂ 2 ਫਿਗਰ ਕੱਢੀਆਂ ਜਾਂਦੀਆਂ, ਅਸਲੀ ਨੂੰ ਇੰਗਲਿਸ਼ ਚ ਕਹਿੰਦੇ ਰੀਅਲ ਜੀਡੀਪੀ, ਤੇ ਨਾਮਾਤਰ ਨੂੰ ਇੰਗਲਿਸ਼ ਕਹਿੰਦੇ ਨੋਮੀਨਲ ਜੀਡੀਪੀ। ਨੋਮੀਨਲ ਚ ਤੁਹਾਡੀ ਮਹਿੰਗਾਈ ਨਹੀਂ ਐਡਜਸਟ ਕੀਤੀ ਹੁੰਦੀ, ਮਹਿੰਗਾਈ ਦਾ ਅੱਡ ਤੋਂ ਇੱਕ ਫਾਰਮੂਲਾ ਲੱਗਦਾ, ਮਹਿੰਗਾਈ ਨੂੰ ਕੱਢਿਆ ਨਹੀਂ ਹੁੰਦਾ ਉਹ ਚੋਂ, ਬਸ ਜੋ ਵੈਲਿਊ ਆਈ ਹੈ ਉਹ ਲਿਖਤੀ। ਅਸਲੀ ਵਿੱਚ ਜੋ ਵੀ ਮਹਿੰਗਾਈ ਆਈ ਆ ਉਹਨੂੰ ਆਪਾਂ ਮਾਈਨਸ ਕਰ ਦਿੰਦੇ ਆ ਤੇ ਫਿਰ ਆਪਾਂ ਅਸਲੀ ਵੈਲਿਊ ਲਿਖਦੇ ਹਾਂ। ਇਸ ਤਰੀਕੇ ਨਾਲ ਇਹ ਸਾਰੀ ਦੀ ਸਾਰੀ ਚੀਜ਼ ਹੈ ਇਸ ਲੈਕਚਰ 'ਚ।